नमस्कार प्यारे विद्यार्थियों, मेरा नाम है कृतार्थ सहगल ਅਤੇ मैं सरकारी सीनियर सैकेंडरी स्कूल मलकपुर ਵਿੱਚ ਵੋਕੇਸ਼ਨਲ ਟ੍ਰੇਨਰ ਹਾਂ। ਅੱਜ ਮੇਰੇ ਨਾਲ NSQF ਕਲਾਸ 10ਵੀਂ ਦੇ ਵਿਦਿਆਰਥੀ ਯੂਨਿਟ 2 ਪੜ੍ਹਨਗੇ, ਜਿਹਦਾ ਨਾਮ ਹੈ ਐਟੀਕੇਟ ਐਂਡ ਹੌਸਪੀਟੇਬਲ ਕੰਡਕਟ। ਅੱਜ ਅਸੀਂ ਇਹਨਾਂ ਵਿਸ਼ਿਆਂ ਦੇ ਉੱਤੇ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਇਹ ਜਾਣਨ ਦਾ ਪ੍ਰयास ਕਰਾਂਗੇ ਕਿ ਪ੍ਰਾਹੁਣਾਚਾਰੀ, ਜਿਹਨੂੰ ਕਿ ਹੌਸਪਿਟੈਲਿਟੀ ਕਹਿੰਦੇ ਆ, ਉਹਦਾ ਮਤਲਬ ਕੀ ਹੁੰਦਾ ਹੈ। ਉਸ ਤੋਂ ਬਾਅਦ ਅਸੀਂ ਇਹ ਦੇਖਾਂਗੇ ਕਿ ਪ੍ਰਾਹੁਣਾਚਾਰੀ ਉਦਯੋਗ ਦੇ ਵਿੱਚ ਨੈਤਿਕਤਾ ਦੀ ਕੀ ਲੋੜ ਹੈ। ਵਾਟ ਇਜ਼ ਦ ਨੀਡ ਆਫ ਹੌਸਪੀਟੇਬਲ ਕੰਡਕਟ। ਤੀਸਰਾ ਅਸੀਂ ਇਹ ਜਾਣਨ ਦਾ ਪ੍ਰयास ਕਰਾਂਗੇ ਕਿ ਪ੍ਰਾਹੁਣਾਚਾਰੀ ਉਦਯੋਗ ਦਾ ਕੀ ਉਦੇਸ਼ ਹੈ। ਚੌਥਾ, ਕੰਪੋਨੈਂਟਸ ਆਫ ਹੌਸਪਿਟੈਲਿਟੀ, ਪ੍ਰਾਹੁਣਾਚਾਰੀ ਉਦਯੋਗ ਦੇ ਕਿਹੜੇ ਭਾਗ ਹਨ ਅਤੇ ਕਸਟਮਰ ਸੈਂਟ੍ਰਿਸਿਟੀ ਕੀ ਹੁੰਦਾ, ਇਹਦੇ ਬਾਰੇ ਅਸੀਂ ਪੜ੍ਹਨ ਦਾ ਪ੍ਰयास ਕਰਾਂਗੇ। ਇਸ ਤੋਂ ਬਾਅਦ ਅਸੀਂ ਇਹ ਜਾਣਨ ਦਾ ਪ੍ਰयास ਕਰਾਂਗੇ ਕਿ ਫੂਡ ਐਂਡ ਬੇਵਰੇਜ ਸਰਵਿਸ ਦੀ ਕੀ ਪਰਿਭਾਸ਼ਾ ਹੁੰਦੀ ਹੈ ਅਤੇ ਫੂਡ ਐਂਡ ਬੇਵਰੇਜ ਸਰਵਿਸ ਖਾਣਾ ਅਤੇ ਪੀਣ ਵਾਲੇ ਪਦਾਰਥਾਂ ਦੀ ਜਿਹੜੀ ਸੇਵਾ ਆ, ਜਿਹੜੇ ਇਹ ਕੰਮ ਹੈ, ਉਹ ਕਿੰਨੇ ਪ੍ਰਕਾਰ ਦੇ ਹੁੰਦੇ ਨੇ। ਅਤੇ ਇਸ ਤੋਂ ਬਾਅਦ ਅਸੀਂ ਇਹ ਜਾਣਨ ਦੇ ਪ੍ਰयास ਕਰਾਂਗੇ ਕਿ ਕੇਟਰਿੰਗ ਕੀ ਹੁੰਦੀ ਹੈ, QSR ਕੁਇਕ ਸਰਵਿਸ ਰੈਸਟੋਰੈਂਟ ਕੀ ਹੁੰਦੇ ਨੇ, ਅਤੇ ਅੰਤ ਵਿੱਚ ਅਸੀਂ ਇਹ ਜਾਣਨ ਦਾ ਪ੍ਰयास ਕਰਾਂਗੇ ਕਿ ਫੂਡ ਐਂਡ ਬੇਵਰੇਜ ਸਰਵਿਸ ਸਾਈਕਲ ਕੀ ਹੁੰਦਾ ਆ। ਮੈਂ ਆਸ਼ਾ ਕਰਦਾ ਕਿ ਤੁਸੀਂ ਸਾਰੇ ਬੱਚੇ ਇਹ ਮੇਰਾ ਲੈਕਚਰ ਬੜੇ ਹੀ ਧਿਆਨ ਨਾਲ ਸੁਣੋਗੇ ਅਤੇ ਸਾਰੇ ਵਿਦਿਆਰਥੀਆਂ ਨੂੰ ਇੱਕ ਮੈਂ ਪ੍ਰਾਰਥਨਾ ਕਰਦਾ ਕਿ ਸਾਰੇ ਬੱਚੇ ਇੱਕ ਕਾਪੀ ਅਤੇ ਇੱਕ ਪੈਨ ਜ਼ਰੂਰ ਲੈ ਲੈਣ, ਤਾਂ ਜੋ ਮੇਰੇ ਜਿਹੜੇ ਪੁਆਇੰਟਸ ਨੇ ਉਹ ਛੋਟੇ ਪੁਆਇੰਟਸ ਤੁਸੀਂ ਨੋਟ ਕਰ ਲੈਣਾ। ਸਭ ਤੋਂ ਪਹਿਲਾਂ ਅਸੀਂ ਬੇਟਾ ਜੀ ਪੜ੍ਹਾਂਗੇ ਕਿ ਹੌਸਪਿਟੈਲਿਟੀ ਦਾ ਕੀ ਅਰਥ ਹੁੰਦਾ ਆ। ਤੁਸੀਂ ਸਾਰੇ ਵਿਦਿਆਰਥੀ ਇਹ ਚਿੱਤਰ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਇਸ ਲੜਕੀ ਨੇ ਆਪਣੇ ਹੱਥ ਜੋੜੇ ਹੋਏ ਨੇ। ਇਸ ਮੁਦਰਾ ਤੋਂ ਸਾਨੂੰ ਕੀ ਪਤਾ ਚੱਲਦਾ ਹੈ? ਸਾਨੂੰ ਇਹ ਪਤਾ ਚੱਲਦਾ ਇਸ ਮੁਦਰਾ ਤੋਂ ਕਿ ਲੜਕੀ ਜਿਹੜੀ ਹੈ ਇੱਕ ਵੈਲਕਮਿੰਗ ਪੋਸਚਰ ਦੇ ਰਹੀ ਹੈ, ਇੱਕ ਸਵਾਗਤ ਵਾਲਾ ਪੋਸਚਰ, ਇੱਕ ਸਵਾਗਤ ਵਾਲੀ ਮੁਦਰਾ ਦੇ ਰਹੀ ਹੈ। ਜਦੋਂ ਵੀ ਸਾਡੇ ਘਰ ਦੇ ਵਿੱਚ ਕੋਈ ਆਉਂਦਾ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ। ਇਮੈਜਿਨ ਕਰੋ ਕਿ ਤੁਹਾਡੇ ਘਰ ਦੇ ਵਿੱਚ ਤੁਹਾਡੇ ਚਾਚਾ ਜੀ ਆ ਰਹੇ ਨੇ ਅਤੇ ਤੁਹਾਡੇ ਚਾਚਾ ਜੀ ਆ ਰਹੇ ਨੇ, ਤੁਹਾਡਾ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈਗਾ। ਜਦੋਂ ਤੁਹਾਨੂੰ ਪਤਾ ਲੱਗਿਆ ਕਿ ਚਾਚਾ ਜੀ ਆ ਰਹੇ ਨੇ, ਸਭ ਤੋਂ ਪਹਿਲਾਂ ਕੰਮ ਤੁਸੀਂ ਕੀ ਕਰੋਗੇ? ਤੁਸੀਂ ਸਭ ਤੋਂ ਪਹਿਲਾਂ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕਰੋਗੇ। ਤੁਹਾਡੇ ਚਾਚਾ ਜੀ ਨੂੰ ਜੇ ਦਾਲ ਮੱਖਣੀ ਖਾਣੀ ਬਹੁਤ ਪਸੰਦ ਹੈ ਤਾਂ ਤੁਸੀਂ ਉਹਨਾਂ ਲਈ ਦਾਲ ਮੱਖਣੀ ਬਣਾਉਣ ਦਾ ਪ੍ਰयास ਕਰੋਗੇ। ਉਹਨਾਂ ਨੂੰ ਜੋ ਚੀਜ਼ਾਂ ਖਾਣ ਨੂੰ ਅੱਛੀ ਲੱਗਦੀਆਂ ਤੁਸੀਂ ਉਹ ਬਣਾਓਗੇ ਅਤੇ ਉਹਨਾਂ ਦੇ ਪਾਣੀ ਦਾ ਪ੍ਰਬੰਧ ਕਰੋਗੇ, ਉਹਨਾਂ ਦੇ ਰਹਿਣ ਦਾ ਪ੍ਰਬੰਧ ਵੀ ਕਰੋਗੇ। ਅਤੇ ਜਦੋਂ ਚਾਚਾ ਜੀ ਤੁਹਾਡੇ ਘਰ ਆ ਜਾਂਦੇ ਆ, ਸਭ ਤੋਂ ਪਹਿਲਾਂ ਤੁਸੀਂ ਹੱਥ ਜੋੜਦੇ ਹੋਏ ਉਹਨਾਂ ਦਾ ਇੱਕ ਨਿੱਘਾ ਸਵਾਗਤ ਕਰੋਗੇ ਅਤੇ ਸਵਾਗਤ ਕਰਨ ਤੋਂ ਬਾਅਦ ਤੁਸੀਂ ਉਹਨਾਂ ਨੂੰ ਘਰ ਵਿੱਚ ਲੈ ਕੇ ਆਓਗੇ ਅਤੇ ਪੁੱਛੋਗੇ ਕਿ ਚਾਚਾ ਜੀ, ਰਸਤੇ ਦੇ ਦੌਰਾਨ ਤੁਹਾਨੂੰ ਕੋਈ ਦਿੱਕਤ ਹੀ ਨਹੀਂ ਆਈ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਵੈਲਕਮ ਡਰਿੰਕ ਦੇਵੋਗੇ, ਯਾਨੀ ਕਿ ਚਾਹ, ਪਾਣੀ, ਜੂਸ, ਕੁਛ ਨਾ ਕੁਛ ਤੁਸੀਂ ਉਹਨਾਂ ਨੂੰ ਆਫਰ ਕਰੋਗੇ ਅਤੇ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਖਾਣਾ ਖਵਾਓਗੇ, ਉਹਨਾਂ ਨੂੰ ਕਮਰਾ ਦੇਵੋਗੇ ਰਹਿਣ ਨੂੰ। ਇਹਨੂੰ ਬੇਟਾ ਜੀ ਹੌਸਪਿਟੈਲਿਟੀ ਕਹਿੰਦੇ ਆ। ਚਾਚਾ ਜੀ ਦੇ ਫੋਨ ਦੇ ਆਉਣ ਤੋਂ ਬਾਅਦ ਅਤੇ ਚਾਚਾ ਜੀ ਦੇ ਜਾਣ ਤੱਕ ਜਿੰਨੀ ਵੀ ਤੁਸੀਂ ਉਹਨਾਂ ਦੀ ਖਾਤਰਦਾਰੀ ਕੀਤੀ ਹੈ, ਜਿੰਨੀ ਵੀ ਤੁਸੀਂ ਉਹਨਾਂ ਦੀ ਆਓ ਭਗਤ ਕੀਤੀ ਹੈ, ਇਹਨੂੰ ਅਸੀਂ ਕਹਿੰਦੇ ਹਾਂ ਹੌਸਪਿਟੈਲਿਟੀ। ਮਤਲਬ ਪ੍ਰਾਹੁਣਾਚਾਰੀ, ਮਤਲਬ ਕਿਸੇ ਦੀ ਆਓ ਭਗਤ ਕਰਨਾ, ਸੇਵਾ ਕਰਨਾ, ਆਦਰ ਸਨਮਾਨ ਦੇਣਾ, ਧਿਆਨ ਰੱਖਣਾ, ਇਹ ਸਾਰੀਆਂ ਚੀਜ਼ਾਂ ਹੌਸਪਿਟੈਲਿਟੀ ਦੇ ਵਿੱਚ ਆਉਂਦੀਆਂ ਨੇ। ਸੋ ਸੌਖੇ ਭਾਸ਼ਾ ਦੇ ਵਿੱਚ ਜੇ ਮੈਂ ਤੁਹਾਨੂੰ ਇੱਕ ਲਾਈਨ ਦੇ ਵਿੱਚ ਇਹਦਾ ਮਤਲਬ ਸਮਝਾਵਾਂ ਤਾਂ ਬੇਟਾ ਜੀ, ਹੌਸਪਿਟੈਲਿਟੀ ਦਾ ਅਰਥ ਹੁੰਦਾ ਹੈ ਪ੍ਰਾਹੁਣਾਚਾਰੀ, ਆਓ ਭਗਤ ਕਰਨਾ। ਮੈਂ ਆਸ਼ਾ ਕਰਦਾ ਤੁਸੀਂ ਸਾਰੇ ਬੱਚੇ ਇਸ ਹੌਸਪਿਟੈਲਿਟੀ ਦਾ ਅਰਥ ਜਾਣ ਗਏ ਹੋਵੋਗੇ। Looking after guests and being friendly and welcoming towards them is the main idea of hospitality। ਕਿ ਪ੍ਰਾਹੁਣਾਚਾਰੀ ਉਦਯੋਗ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ
ਮਹਿਮਾਨਾਂ ਨੂੰ, ਕਸਟਮਰਸ ਨੂੰ ਕੀ ਕਰਨਾ ਚਾਹੀਦਾ ਹੈ? ਇੱਕ ਵੈਲਕਮ ਦੇ ਨਾਲ ਉਹਨਾਂ ਦਾ ਆਦਰ ਨਿੱਘਾ ਸਤਿਕਾਰ ਕਰਨਾ ਚਾਹੀਦਾ ਹੈ, ਜਿਹਨੂੰ ਅਸੀਂ ਪ੍ਰਾਹੁਣਾਚਾਰੀ ਯਾਨੀ ਕਿ ਹੌਸਪਿਟੈਲਿਟੀ ਕਹਿੰਦੇ ਹਾਂ। ਅਗਲਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਵਿਦਿਆਰਥੀਓ ਕਿ ਪ੍ਰਾਹੁਣਾਚਾਰੀ ਉਦਯੋਗ ਦੇ ਵਿੱਚ ਨੈਤਿਕਤਾ ਦੀ ਕੀ ਲੋੜ ਹੈ? ਐਸੀ ਕੀ ਲੋੜ ਪੈ ਗਈ ਨੈਤਿਕਤਾ ਦੀ, ਜਿਹੜੀ ਕਿ ਪ੍ਰਾਹੁਣਾਚਾਰੀ ਜਿਹੜਾ ਉਦਯੋਗ ਆ ਉਹਦੇ ਵਿੱਚ ਕਿਉਂ ਇਹਦੀ ਜ਼ਰੂਰਤ ਪੈਂਦੀ ਹੈ? ਵਾਟ ਇਜ਼ ਦੀ ਨੀਡ ਆਫ ਹੌਸਪੀਟੇਬਲ ਕੰਡਕਟ? ਸਭ ਤੋਂ ਪਹਿਲਾਂ ਇਹਦੀ ਕਿਉਂ ਲੋੜ ਹੈ ਬੇਟਾ ਜੀ? ਨੈਤਿਕਤਾ ਦੀ ਲੋੜ ਇਕੱਲੀ ਪ੍ਰਾਹੁਣਾਚਾਰੀ ਉਦਯੋਗ ਦੇ ਵਿੱਚ ਨਹੀਂ ਹੈ, ਹਰ ਜਗ੍ਹਾ ਹੀ ਨੈਤਿਕਤਾ ਦੀ ਲੋੜ ਪੈਂਦੀ ਹੈ। ਭਾਵੇਂ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਨੈਤਿਕਤਾ ਦੀ ਲੋੜ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਹਦੇ ਲਈ ਸਭ ਤੋਂ ਪਹਿਲਾਂ ਇਹਦੇ ਵਿੱਚ ਆਉਂਦਾ ਰਿਸਪੈਕਟ। ਰਿਸਪੈਕਟ ਦਾ ਮਤਲਬ ਹੁੰਦਾ ਸਤਿਕਾਰ। ਇਕੱਲਾ ਪ੍ਰਾਹੁਣਾਚਾਰੀ ਉਦਯੋਗ ਦੇ ਵਿੱਚ ਸਾਨੂੰ ਸਤਿਕਾਰ ਨਹੀਂ ਦੇਣਾ ਚਾਹੀਦਾ, ਸਾਨੂੰ ਹਰ ਜਗ੍ਹਾ ਹੀ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ। ਲੇਕਿਨ ਬੇਟਾ ਜਿਹੜੀ ਸਾਡੀ ਸਨਅਤ ਹੈ, ਪ੍ਰਾਹੁਣਾਚਾਰੀ ਸੈਰ ਸਪਾਟਾ ਸਨਅਤ ਹੈ, ਇਹਦੇ ਵਿੱਚ ਕੁਝ ਚੀਜ਼ਾਂ ਦੀ ਲੋੜ ਜ਼ਿਆਦਾ ਹੈ। ਇਹਦੇ ਵਿੱਚ ਸਾਨੂੰ ਇਹ ਨੈਤਿਕਤਾ ਦੀ ਬਹੁਤ ਜ਼ਿਆਦਾ ਲੋੜ ਹੈ, ਕਿਉਂਕਿ ਇਹਦੇ ਸਿਰ ਦੇ ਉੱਤੇ ਹੀ ਸਾਨੂੰ ਨੌਕਰੀ ਮਿਲਣੀ ਹੈ, ਅਤੇ ਨੌਕਰੀ ਮਿਲਣ ਤੋਂ ਬਾਅਦ ਅਸੀਂ ਨੈਤਿਕਤਾ ਦੇ ਸਿਰ ਦੇ ਉੱਤੇ ਹੀ ਆਪਣਾ ਪੈਸੇ ਜਿਹੜੇ ਆ ਅਸੀਂ ਹੋਟਲ ਦੇ ਵਿੱਚ ਕਮਾ ਸਕਦੇ ਹਾਂ। ਜੇ ਇਹ ਗੁਣ ਸਾਡੇ ਵਿੱਚ ਨਹੀਂ ਹੋਏਗਾ ਤਾਂ ਬੇਟਾ ਜੀ ਸਾਡਾ ਇਸ ਸਨਅਤ ਦੇ ਵਿੱਚ ਕੰਮ ਕਰਨਾ ਬਹੁਤ ਹੀ ਔਖਾ ਹੈ। ਸੋ ਕਿਹੜੀ ਚੀਜ਼ਾਂ ਦੀ ਲੋੜ ਹੈ? ਸਭ ਤੋਂ ਪਹਿਲਾਂ ਰਿਸਪੈਕਟ। ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਸਤਿਕਾਰ ਦੇਣਾ ਚਾਹੀਦਾ ਹੈ। ਕਿਹਨਾਂ ਨੂੰ ਦੇਣਾ ਚਾਹੀਦਾ ਸਤਿਕਾਰ? ਸਾਡੇ ਸੈਲਾਨੀਆਂ ਨੂੰ, ਸਾਡੇ ਗ੍ਰਾਹਕਾਂ ਨੂੰ, ਸਾਡੇ ਮਹਿਮਾਨਾਂ ਨੂੰ ਸਾਨੂੰ ਕੀ ਦੇਣਾ ਚਾਹੀਦਾ? ਸਤਿਕਾਰ ਦੇਣਾ ਚਾਹੀਦਾ ਹੈ। ਜੇ ਅਸੀਂ ਇਹ ਗੁਣ ਰੱਖਾਂਗੇ ਤਾਂ ਹੀ ਅਸੀਂ ਇਸ ਸਨਅਤ ਦੇ ਵਿੱਚ, ਇਸ ਹੌਸਪਿਟੈਲਿਟੀ ਯਾਨੀ ਕਿ ਪ੍ਰਾਹੁਣਾਚਾਰੀ ਉਦਯੋਗ ਦੇ ਵਿੱਚ ਅੱਗੇ ਵੱਧ ਸਕਦੇ ਹਾਂ, ਨਹੀਂ ਤਾਂ ਅਸੀਂ ਕਦੇ ਵੀ ਇਹਦੇ ਵਿੱਚ ਸਕਸੈਸਫੁਲ ਨਹੀਂ ਹੋ ਸਕਦੇ। ਸੋ ਸਾਨੂੰ ਜਦ ਤੱਕ ਅਸੀਂ ਆਪਣੇ ਗ੍ਰਾਹਕਾਂ ਨੂੰ, ਆਪਣੇ ਮਹਿਮਾਨਾਂ ਨੂੰ ਅਸੀਂ ਜਿੰਨੀ ਦੇਰ ਤੱਕ ਸਤਿਕਾਰ ਨਹੀਂ ਦੇਵਾਂਗੇ, ਉਨੀ ਦੇਰ ਤੱਕ ਸਾਡੇ ਕੋਲ ਜਿਹੜੇ ਮਹਿਮਾਨ ਉਹ ਨਹੀਂ ਆਉਣਗੇ। ਸੋ ਸਾਨੂੰ ਇਕੱਲਾ ਸਤਿਕਾਰ ਮਹਿਮਾਨਾਂ ਨੂੰ ਹੀ ਨਹੀਂ, ਬਲਕਿ ਆਪਣੇ ਨਾਲ ਦੇ ਕੁਲੀਗ ਜਿਨ੍ਹਾਂ ਦੇ ਨਾਲ ਅਸੀਂ ਕੰਮ ਕਰਦੇ ਹਾਂ, ਸਾਨੂੰ ਉਹਨਾਂ ਨੂੰ ਵੀ ਸਤਿਕਾਰ ਦੇਣਾ ਚਾਹੀਦਾ ਹੈ। ਉਸ ਤੋਂ ਬਾਅਦ ਬੇਟਾ ਜੀ ਇਫੈਕਟਿਵ ਕਮਿਊਨੀਕੇਸ਼ਨ ਐਂਡ ਓਨੈਸਟੀ। ਸਾਡੀ ਜਿਹੜੀ ਬੋਲ ਚਾਲ ਹੈ ਉਹ ਬਹੁਤ ਹੀ ਵਧੀਆ ਹੋਣੀ ਚਾਹੀਦੀ ਹੈ। ਸਾਡਾ ਜਿਹੜਾ ਬੋਲਣ ਦਾ ਤਰੀਕਾ, ਸਾਡੀ ਕਮਿਊਨੀਕੇਸ਼ਨ, ਅਸੀਂ ਜਿਹੜਾ ਮੈਸੇਜ, ਜੋ ਅਸੀਂ ਗੱਲਬਾਤ, ਆਪਣੇ ਭਾਵ, ਆਪਣੇ ਆਈਡੀਆਜ਼, ਆਪਣੀ ਇੱਛਾਵਾਂ, ਆਪਣੇ ਇਮੋਸ਼ਨਸ ਦੂਜਿਆਂ ਨਾਲ ਪ੍ਰਗਟ ਕਰਦੇ ਹਾਂ, ਉਹ ਅੱਛੇ ਤਰੀਕੇ ਨਾਲ ਹੋਣੇ ਚਾਹੀਦੇ ਨੇ। ਸਾਡੇ ਸ਼ਬਦਾਂ ਦੇ ਵਿੱਚ ਇੱਕ ਮਿਠਾਸ ਹੋਣੀ ਚਾਹੀਦੀ ਹੈ, ਤਾਂ ਜੋ ਸਾਡੀ ਬਾਣੀ ਜਿਹੜੀ ਹੈ ਉਹ ਦੂਜਿਆਂ ਨੂੰ ਸੁਣਨ ਦੇ ਵਿੱਚ ਅੱਛੀ ਲੱਗੇ। ਮਧੁਰ ਬਾਣੀ ਹਮੇਸ਼ਾ ਅੱਛੀ ਲੱਗਦੀ ਹੈ। ਜਦੋਂ ਅਸੀਂ ਕੌੜਾ ਬੋਲਾਂਗੇ, ਅੱਛਾ ਨਹੀਂ ਬੋਲਾਂਗੇ, ਰੁਕ ਕੇ ਬੋਲਾਂਗੇ, ਤਾਂ ਉਹਦੇ ਨਾਲ ਮਹਿਮਾਨਾਂ ਦੇ ਉੱਪਰ ਇੱਕ ਅੱਛਾ ਪ੍ਰਭਾਵ ਨਹੀਂ ਪਏਗਾ। ਹੋਟਲ ਦੇ ਵਿੱਚ ਅਸੀਂ ਮਹਿਮਾਨਾਂ ਦੇ ਉੱਪਰ ਇੱਕ ਅੱਛਾ ਪ੍ਰਭਾਵ ਪਾਉਣਾ ਹੈ, ਠੀਕ ਹੈ। ਸੋ ਸਾਡੀ ਕਮਿਊਨੀਕੇਸ਼ਨ ਬਹੁਤ ਜ਼ਿਆਦਾ ਜ਼ਰੂਰੀ। ਸੋ ਦੂਜੀ ਨੈਤਿਕਤਾ ਕਿਹੜੀ ਹੈ? ਇਫੈਕਟਿਵ ਕਮਿਊਨੀਕੇਸ਼ਨ, ਅਤੇ ਇਹਦੇ ਨਾਲ ਓਨੈਸਟੀ। ਓਨੈਸਟੀ ਦਾ ਮਤਲਬ ਤੁਸੀਂ ਸਾਰੇ ਜਾਣਦੇ ਹੋ ਬੇਟਾ ਜੀ ਕਿ ਇਮਾਨਦਾਰੀ ਬਹੁਤ ਜ਼ਰੂਰੀ ਹੈ। ਜੇ ਅਸੀਂ ਇਮਾਨਦਾਰੀ ਨਹੀਂ ਰੱਖਾਂਗੇ, ਅਸੀਂ ਕਦੇ ਵੀ ਪ੍ਰਾਹੁਣਾਚਾਰੀ ਉਦਯੋਗ ਦੇ ਵਿੱਚ ਅੱਗੇ ਨਹੀਂ ਵੱਧ ਸਕਦੇ। ਇਮਾਨਦਾਰੀ ਇਕੱਲੀ ਗ੍ਰਾਹਕਾਂ ਦੇ ਨਾਲ ਨਹੀਂ, ਇਮਾਨਦਾਰੀ ਹੋਟਲ ਦੇ ਨਾਲ, ਆਪਣੇ ਸਟਾਫ ਦੇ ਨਾਲ, ਜਿਹੜੇ ਸਾਡੇ ਨਾਲ ਕੰਮ ਕਰਦੇ ਹੈ, ਇਹ ਸਾਰਿਆਂ ਦੇ ਨਾਲ ਸਾਨੂੰ ਇਮਾਨਦਾਰ ਹੋਣਾ ਪਵੇਗਾ। ਇਸ ਤੋਂ ਬਾਅਦ ਬੇਟਾ ਜੀ ਕਾਈਂਡਨੈਸ। ਕਾਈਂਡਨੈਸ ਦਾ ਅਰਥ ਹੁੰਦਾ ਆ ਸਾਰਿਆਂ ਦੇ ਨਾਲ ਦਿਆਲੂ ਭਾਵ ਰੱਖਣਾ। ਸਾਨੂੰ ਜਿਹੜੇ ਸੈਲਾਨੀ ਹੁੰਦੇ ਨੇ, ਜਿਹੜੇ ਕਸਟਮਰ ਨੇ, ਜਿਹੜੇ ਸਾਡੇ ਮਹਿਮਾਨ ਨੇ ਹੋਟਲ ਦੇ ਵਿੱਚ, ਸਾਨੂੰ ਉਹਨਾਂ ਦੇ ਨਾਲ ਕੀ ਕਰਨਾ ਚਾਹੀਦਾ ਹੈ? ਇੱਕ ਕਾਈਂਡਨੈਸ, ਇੱਕ ਦਿਆਲੂਤਾ ਵਾਲਾ ਭਾਵ ਹੋਣਾ ਚਾਹੀਦਾ ਹੈ। ਅਤੇ ਅਗਲਾ ਪੁਆਇੰਟ ਹੈ ਸਿੰਸੈਰਿਟੀ। ਸਿੰਸੈਰਿਟੀ ਦਾ ਅਰਥ ਹੁੰਦਾ ਕਿ ਬੜੇ ਸਿੰਸੀਅਰ ਤਰੀਕੇ ਦੇ ਨਾਲ, ਬੜੇ ਹੀ ਜਿਹੜਾ ਕੰਮ ਦੇ ਦਿੱਤਾ ਉਹਨੂੰ ਪੂਰਨ ਤਰੀਕੇ ਨਾਲ ਕਰਕੇ ਆਉਣਾ। ਜੇ ਤੁਹਾਨੂੰ ਮੈਨੇਜਰ ਨੇ ਕਹਿ ਦਿੱਤਾ ਕਿ ਤੁਸੀਂ ਰੈਸਟੋਰੈਂਟ ਦੇ ਵਿੱਚ ਜਾਓ ਅਤੇ ਟੇਬਲ ਦੇ ਉੱਪਰ ਕਟਲਰੀ, ਕਰੋਕਰੀ ਰੱਖ ਕੇ ਆਓ, ਤੁਸੀਂ ਜਿੰਨੀ ਦੇਰ ਤੱਕ ਇਹ ਕੰਮ ਤੁਹਾਡਾ ਹੁੰਦਾ ਨਹੀਂ, ਉਨੀ ਦੇਰ ਤੱਕ ਵਿਦਿਆਰਥੀਓ ਤੁਸੀਂ ਇਹ ਕੰਮ ਛੱਡ ਕੇ ਨਹੀਂ ਆਉਣਾ। ਜਿੰਨੀ ਦੇਰ ਤੱਕ ਕੰਮ ਪੂਰਾ ਨਹੀਂ ਹੁੰਦਾ, ਤੁਸੀਂ ਵਾਪਸ ਨਹੀਂ ਆਉਣਾ। ਇਹਨੂੰ ਕਹਾਂਗੇ ਸਿੰਸੈਰਿਟੀ, ਕਿ ਪ੍ਰੋਪਰ ਤਰੀਕੇ ਦੇ ਨਾਲ ਇੱਕ ਸਿੰਸੀਅਰ ਬਣ ਕੇ, ਇੱਕ ਆਪਣੀ ਜ਼ਿੰਮੇਵਾਰੀ ਸਮਝ ਕੇ ਆਪਣੇ ਕੰਮ ਨੂੰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਕੱਲਾ ਪ੍ਰਾਹੁਣਾਚਾਰੀ ਉਦਯੋਗ ਦੇ ਵਿੱਚ ਵੀ ਨਹੀਂ ਬੇਟਾ ਜੀ, ਹਰ ਪਾਸੇ ਹੀ ਇਹ ਚੀਜ਼ਾਂ ਦੀ ਬਹੁਤ ਜ਼ਿਆਦਾ
ਲੋੜ ਹੁੰਦੀ ਹੈ। ਅਗਲਾ ਬੇਟਾ ਟਰਸਟਵਰਦੀਨੈਸ ਦਾ ਮਤਲਬ ਹੁੰਦਾ ਹੈ ਕਿ ਸਾਨੂੰ ਆਪਣੀ ਇਮੇਜ, ਆਪਣੀ ਇੱਕ ਪਛਾਣ ਇਹੋ ਜਿਹੀ ਬਣਾਉਣੀ ਚਾਹੀਦੀ ਕਿ ਸਾਰੇ ਸਾਡੇ ਉੱਤੇ ਟਰਸਟ ਕਰਨ, ਸਾਡੇ ਉੱਤੇ ਵਿਸ਼ਵਾਸ ਕਰਨ, ਇੱਕ ਵਿਸ਼ਵਾਸ ਪਾਤਰ ਬਣ ਕੇ ਅੱਗੇ ਆਓ। ਰੈਸਟੋਰੈਂਟ ਦੇ ਵਿੱਚ, F&B ਸਰਵਿਸ ਡਿਪਾਰਟਮੈਂਟ ਦੇ ਵਿੱਚ ਇੱਦਾਂ ਦਾ ਕੰਮ ਕਰੋ ਕਿ ਸਾਰੇ ਕਹਿਣ ਕਿ ਉਹ ਮੁੰਡਾ, ਉਹ ਕੁੜੀ ਜਿਹੜੀ ਹੈ ਉਹਨੂੰ ਡਿਊਟੀ ਦੇਵੋ, ਉਹ ਇੱਕ ਵਿਸ਼ਵਾਸ ਪਾਤਰ ਹੈ, ਪਤਾ ਜੇ ਇਹਨੂੰ ਕੰਮ ਦੇ ਦਿੱਤਾ ਇਹ ਕੰਮ ਇਹਨੇ ਕਰਕੇ ਹੀ ਆਉਣਾ। ਟਰਸਟਵਰਦੀਨੈਸ ਬਹੁਤ ਜ਼ਿਆਦਾ ਜ਼ਰੂਰੀ ਹੈ ਬੇਟਾ ਜੀ। ਅਤੇ ਅਗਲਾ ਪੁਆਇੰਟ ਹੈ ਲੋਇਲਟੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਇਹ ਵੀ ਸਾਰੇ ਪੁਆਇੰਟਸ ਬੇਟਾ ਰਲਦੇ ਮਿਲਦੇ ਹੈ। ਸਾਨੂੰ ਆਪਣੀ ਇਮਾਨਦਾਰੀ ਦੇ ਨਾਲ, ਸਾਨੂੰ ਆਪਣੀ ਕੰਪਨੀ, ਜੇ ਹੋਟਲ, ਜਿਹੜੀ ਵੀ ਕੰਪਨੀ 'ਚ ਅਸੀਂ ਨੌਕਰੀ ਕਰਦੇ ਹਾਂ, ਸਾਨੂੰ ਉਹਨਾਂ ਦੇ ਨਾਲ ਲੋਇਲ, ਅਤੇ ਜਿਹੜੇ ਆਪਣੇ ਕਰਮਚਾਰੀ ਸਹਿਪਾਠੀ ਨੇ ਉਹਨਾਂ ਦੇ ਨਾਲ ਵੀ ਸਾਨੂੰ ਲੋਇਲਟੀ ਦੇ ਨਾਲ, ਇਮਾਨਦਾਰੀ ਦੇ ਨਾਲ, ਇੱਕ ਪ੍ਰੇਮ ਪੂਰਵਕ ਭਾਵ ਦੇ ਨਾਲ ਸਾਨੂੰ ਕੰਮ ਕਰਨਾ ਚਾਹੀਦਾ ਹੈ। ਸੋ ਬੇਟਾ ਜੀ ਮੈਂ ਗੱਲ ਕਰ ਰਿਹਾ ਸੀਗਾ ਹੌਸਪੀਟੇਬਲ ਕੰਡਕਟ, ਯਾਨੀ ਕਿ ਪ੍ਰਾਹੁਣਾਚਾਰੀ ਉਦਯੋਗ ਦੇ ਵਿੱਚ ਅਸੀਂ ਪੜ੍ਹਿਆ ਹੁਣੇ ਕਿ ਸਾਨੂੰ ਨੈਤਿਕਤਾ ਦੀ ਲੋੜ ਬਹੁਤ ਹੀ ਜ਼ਿਆਦਾ ਹੈ। ਠੀਕ ਹੈ ਜੀ। ਅਗਲਾ ਜਿਹੜਾ ਸਾਡਾ ਟੌਪਿਕ ਹੈ ਉਹ ਬੇਟਾ ਜੀ ਹੈਗਾ ਗੋਲ ਆਫ ਹੌਸਪਿਟੈਲਿਟੀ। ਹੌਸਪਿਟੈਲਿਟੀ ਦਾ ਉਦੇਸ਼ ਕੀ ਹੈ? ਜਿਵੇਂ ਕਿ ਅਸੀਂ ਹੁਣੇ ਪੜ੍ਹਿਆ ਕਿ ਹੌਸਪਿਟੈਲਿਟੀ ਦਾ ਅਰਥ ਹੁੰਦਾ ਹੈ ਪ੍ਰਾਹੁਣਾਚਾਰੀ। ਹੁਣ ਇਸ ਪ੍ਰਾਹੁਣਾਚਾਰੀ ਦਾ ਕੀ ਉਦੇਸ਼ ਹੋ ਸਕਦਾ ਹੈ? ਇਹਦਾ ਜਿਹੜਾ ਮੁੱਖ ਉਦੇਸ਼ ਬੇਟਾ ਉਹ ਇਹ ਹੈਗਾ ਕਿ ਜਿਹੜੇ ਸਾਡੇ ਕਸਟਮਰ ਨੇ, ਜਿਹੜੇ ਸਾਡੇ ਮਹਿਮਾਨ ਨੇ, ਉਹਨਾਂ ਦੀ ਜਿਹੜੀ ਨੀਡਸ ਹੈ, ਉਹਨਾਂ ਦੀ ਜਿਹੜੀਆਂ ਡਿਮਾਂਡਾਂ ਹੈਗੀਆਂ, ਉਹਨੂੰ ਅਸੀਂ ਪੂਰਾ ਕਰ ਸਕੀਏ। The main objective of hospitality industry is to cater the needs of their customer. It means ਕਿ ਜਿਹੜੇ ਸਾਡੇ ਸੈਲਾਨੀ ਨੇ, ਜਿਹੜੇ ਸਾਡੇ ਮਹਿਮਾਨ ਨੇ, ਉਹਨਾਂ ਦੀ ਅਸੀਂ ਡਿਮਾਂਡਾਂ ਨੂੰ, ਉਹਨਾਂ ਦੀ ਜ਼ਰੂਰਤਾਂ ਨੂੰ ਪੂਰਾ ਕਰ ਸਕੀਏ। ਇਹੀ ਹੌਸਪਿਟੈਲਿਟੀ ਪ੍ਰਾਹੁਣਾਚਾਰੀ ਦਾ ਉਦੇਸ਼ ਹੈ। ਜਿਵੇਂ ਕਿ ਪਿਛਲੀ ਉਦਾਹਰਨ ਦੇ ਰਾਹੀਂ ਅਸੀਂ ਦੁਬਾਰਾ ਉਹਨੂੰ ਪ੍ਰਯਾਸ ਕਰਾਂਗੇ ਪੜ੍ਹਨ ਦਾ। ਅਸੀਂ ਹੁਣ ਚਰਚਾ ਕੀਤੀ ਸੀਗੀ ਕਿ ਤੁਹਾਨੂੰ ਪਤਾ ਚੱਲ ਗਿਆ ਤੁਹਾਡੇ ਚਾਚਾ ਜੀ ਨੇ ਤੁਹਾਡੇ ਘਰ ਆਉਣਾ। ਤੁਹਾਡਾ ਕੀ ਉਦੇਸ਼ ਰਹੇਗਾ ਕਿ ਮੇਰੇ ਚਾਚਾ ਜੀ ਜਦੋਂ ਵੀ ਘਰ ਆਉਣ ਅਤੇ ਘਰ ਆਉਣ ਤੋਂ ਬਾਅਦ ਮੇਰੇ ਘਰ ਰਹਿਣ ਅਤੇ ਜਾਣ ਤੱਕ ਉਹਨਾਂ ਨੂੰ ਕੋਈ ਵੀ ਸਮੱਸਿਆ ਨਾ ਆਵੇ। ਜੋ ਮੇਰੇ ਚਾਚਾ ਜੀ ਨੂੰ ਚਾਹੀਦਾ ਹੈ ਉਹ ਸਾਰੀਆਂ ਚੀਜ਼ਾਂ ਮੈਂ ਉਹਨਾਂ ਨੂੰ ਪ੍ਰੋਵਾਈਡ ਕਰਾਵਾਂ, ਜਿਵੇਂ ਕਿ ਰੋਟੀ, ਕੱਪੜੇ ਧੋਣ ਦੀ ਸੁਵਿਧਾ, ਰਹਿਣ ਦੀ ਸੁਵਿਧਾ, ਕਮਰਾ, ਖਾਣਾ, ਇਹ ਸਾਰੀਆਂ ਚੀਜ਼ਾਂ ਦਾ ਵਧੀਆ ਤਰੀਕੇ ਨਾਲ ਪ੍ਰਬੰਧ ਕਰ ਸਕਾਂ ਤਾਂ ਮੇਰੇ ਚਾਚਾ ਜੀ, ਤਾਂ ਕਿ ਮੇਰੇ ਚਾਚਾ ਜੀ ਹੱਸ ਖੇਡ ਕੇ ਖੁਸ਼ੀ ਵਾਪਸ ਜਾਣ। ਇਹ ਕੀ ਹੈ? ਗੋਲ ਹੌਸਪਿਟੈਲਿਟੀ ਦਾ, ਪ੍ਰਾਹੁਣਾਚਾਰੀ ਦਾ ਉਦੇਸ਼ ਕੀ ਹੈ? ਖੁਸ਼ ਕਰਨਾ। ਕਿਹਨੂੰ? ਸੈਲਾਨੀਆਂ ਨੂੰ, ਗ੍ਰਾਹਕਾਂ ਨੂੰ, ਸਾਡੇ ਜਿਹੜੇ ਮਹਿਮਾਨ ਨੇ, ਕਸਟਮਰਸ ਨੇ, ਉਹਨਾਂ ਨੂੰ ਖੁਸ਼ ਕਰਕੇ ਭੇਜਣਾ। ਇਹੀ ਪ੍ਰਾਹੁਣਾਚਾਰੀ ਦਾ ਉਦੇਸ਼ ਹੈ। ਜੇ ਉਹ ਖੁਸ਼ ਨਹੀਂ ਕਰਨਗੇ ਸਾਨੂੰ ਕਦੀ ਵੀ ਬਿਜ਼ਨਸ ਨਹੀਂ ਮਿਲੇਗਾ। ਸਾਨੂੰ ਕਦੀ ਵੀ, ਜਿਹੜਾ ਸੈਲਾਨੀ ਇੱਕ ਵਾਰੀ ਹੋਟਲ 'ਚ ਆਉਂਦਾ ਹੈ, ਜੇ ਉਹਨੂੰ ਸਰਵਿਸਿਜ਼ ਪਸੰਦ ਨਹੀਂ ਆਈਆਂ ਬੇਟਾ ਜੀ, ਤਾਂ ਕੀ ਉਹ ਦੁਬਾਰਾ ਆਏਗਾ ਸਾਡੇ ਹੋਟਲ ਦੇ ਵਿੱਚ? ਨਹੀਂ। ਉਹ 4 ਬੰਦਿਆਂ ਨੂੰ ਹੋਰ ਕਹੇਗਾ ਯਾਰ ਉਸ ਫਲਾਣੇ ਹੋਟਲ ਦੇ ਵਿੱਚ ਨਾ ਜਾਣਾ, ਉੱਥੇ ਦੀ ਸੇਵਾਵਾਂ ਅੱਛੀਆਂ ਨਹੀਂ ਹੈ, ਉੱਥੇ ਖਾਣਾ ਠੰਡਾ ਖਵਾਇਆ ਜਾਂਦਾ ਹੈ, ਉੱਥੇ ਕਮਰਿਆਂ ਦੀ ਬੈੱਡ ਸ਼ੀਟਾਂ ਸਾਫ਼ ਨਹੀਂ ਹੁੰਦੀਆਂ। ਇਸ ਦੇ ਉਲਟਾ ਜੇ ਅਸੀਂ ਅੱਛੀ ਸਰਵਿਸ ਦੇਵਾਂਗੇ, ਅੱਛੀਆਂ ਸੇਵਾਵਾਂ ਦੇਵਾਂਗੇ, ਤਾਂ ਸਾਡਾ ਪ੍ਰਾਹੁਣਾਚਾਰੀ ਦਾ ਉਦੇਸ਼ ਪੂਰਾ ਹੋ ਜਾਵੇਗਾ, ਜਿਹੜਾ ਕੀ ਹੈ? ਉਹ ਹੈਗਾ ਕਿ ਸੈਲਾਨੀਆਂ ਦੀ ਇੱਛਾਵਾਂ ਨੂੰ ਪੂਰਨ ਕਰਨਾ। ਮੇਕ ਕਸਟਮਰ ਸੈਟਿਸਫਾਈਡ ਵਿਦ ਦੇਅਰ ਸਰਵਿਸਿਜ਼। ਮੈਂ ਉਹੀ ਗੱਲ ਕਰ ਰਿਹਾ ਕਿ ਆਪਣੀ ਸੇਵਾਵਾਂ ਦੇ ਨਾਲ ਸੈਲਾਨੀਆਂ ਨੂੰ ਖੁਸ਼ ਕਰ ਦੇਣਾ। ਇਹੀ ਹੌਸਪਿਟੈਲਿਟੀ ਯਾਨੀ ਪ੍ਰਾਹੁਣਾਚਾਰੀ ਦਾ ਉਦੇਸ਼ ਹੈ। ਅਗਲਾ ਟੌਪਿਕ ਸਾਡਾ ਬੇਟਾ ਜੀ ਕੰਪੋਨੈਂਟਸ ਆਫ ਹੌਸਪਿਟੈਲਿਟੀ। ਹੌਸਪਿਟੈਲਿਟੀ ਦਾ ਕੀ ਕੰਪੋਨੈਂਟਸ ਨੇ? ਹੌਸਪਿਟੈਲਿਟੀ ਕਿਹਦਾ ਬਣਿਆ ਹੈ? ਹੌਸਪਿਟੈਲਿਟੀ ਦੇ ਵਿੱਚ ਬੇਟਾ ਕਾਫੀ ਸਾਰੀ ਚੀਜ਼ਾਂ ਨੇ। ਸਭ ਤੋਂ ਪਹਿਲਾਂ ਅਸੀਂ ਪੜ੍ਹਾਂਗੇ ਫੂਡ ਐਂਡ ਬੇਵਰੇਜਸ, ਦੂਸਰਾ ਹੈਗਾ ਟਰੈਵਲ ਐਂਡ ਟੂਰਿਜ਼ਮ, ਤੀਸਰਾ ਹੈਗਾ ਐਕੋਮੋਡੇਸ਼ਨ ਅਤੇ ਚੌਥਾ ਹੈਗਾ ਰਿਕ੍ਰੀਏਸ਼ਨ। ਮੈਂ ਚਾਰੇ ਪੁਆਇੰਟਾਂ ਨੂੰ ਇੱਕ ਇੱਕ ਕਰਕੇ ਤੁਹਾਨੂੰ ਵਿਸਥਾਰ ਵਿੱਚ ਦੱਸਣ ਦਾ ਪ੍ਰਯਾਸ ਕਰਾਂਗਾ। ਸਭ ਤੋਂ ਪਹਿਲਾਂ ਹੈਗਾ ਬੇਟਾ ਜੀ ਫੂਡ ਐਂਡ ਬੇਵਰੇਜਸ। ਹੌਸਪਿਟੈਲਿਟੀ ਜਿਹੜਾ ਪ੍ਰਾਹੁਣਾਚਾਰੀ ਉਦਯੋਗ ਹੈ ਉਹ 4 ਚੀਜ਼ਾਂ ਨਾਲ ਰਲ ਕੇ ਬਣਿਆ। ਸਭ ਤੋਂ ਪਹਿਲਾਂ ਬੇਟਾ ਗੱਲ ਕਰਾਂਗੇ ਫੂਡ ਐਂਡ ਬੇਵਰੇਜਸ, ਜਿਹਦੇ ਵਿੱਚ ਕੀ ਆਉਂਦਾ ਹੈ? ਖਾਣਾ ਅਤੇ ਪੀਣ ਵਾਲੇ ਪਦਾਰਥ। ਇਹਦੇ ਵਿੱਚ ਬੇਟਾ ਜੀ ਤੁਸੀਂ ਮੰਨ ਸਕਦੇ ਹੋ, ਤੁਹਾਨੂੰ ਪਤਾ ਹੀ ਹੋਣਾ ਸਾਰੇ ਵਿਦਿਆਰਥੀਆਂ ਨੂੰ, ਕਿ ਹੋਟਲ ਦੇ ਵਿੱਚ ਕਿੱਥੇ ਖਾਣਾ ਖਵਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਰੈਸਟੋਰੈਂਟ ਹੋਟਲ ਦੇ ਵਿੱਚ
ਜੇ ਅਸੀਂ 5 ਸਟਾਰ 4 ਸਟਾਰ ਜਾਂ 3 ਸਟਾਰ ਹੋਟਲਸ ਦੀ ਗੱਲ ਕਰੀਏ ਤਾਂ ਵਿਦਿਆਰਥੀਓ ਉਹਦੇ ਵਿੱਚ ਬਹੁਤ ਤਰ੍ਹਾਂ ਦੇ ਰੈਸਟੋਰੈਂਟ ਹੁੰਦੇ ਨੇ, ਜਿਵੇਂ ਕਿ ਸਪੈਸ਼ਲਿਟੀ ਰੈਸਟੋਰੈਂਟ ਹੁੰਦਾ ਆ, ਕਾਫੀ ਸ਼ਾਪ ਹੁੰਦਾ ਆ, ਨਾਈਟ ਕਲੱਬ ਹੁੰਦਾ ਹੈ, ਡਿਸਕੋ ਹੁੰਦਾ ਹੈ। ਇਹ ਸਾਰੀਆਂ ਚੀਜ਼ਾਂ, ਇਹ ਸਾਰੇ ਤਰ੍ਹਾਂ ਦੇ ਰੈਸਟੋਰੈਂਟ, ਕਾਫੀ ਸ਼ਾਪ ਤੋਂ ਲੈ ਕੇ ਫਾਈਨ ਡਾਈਨਿੰਗ ਰੈਸਟੋਰੈਂਟ ਤੋਂ ਲੈ ਕੇ, ਇਹ ਸਾਰੇ ਹੀ ਇੱਕ 5 ਤਾਰਾ 4 ਸਟਾਰ ਜਾਂ 3 ਸਟਾਰ ਹੋਟਲ ਦੇ ਵਿੱਚ ਮੌਜੂਦ ਹੁੰਦੇ ਨੇ। ਇਹ ਸਾਰੇ ਰੈਸਟੋਰੈਂਟਾਂ ਦੇ ਵਿੱਚ ਬੇਟਾ ਜੀ ਜਿੰਨੇ ਵੀ ਖਾਣਾ ਅਤੇ ਪੀਣ ਵਾਲੇ ਪਦਾਰਥ ਸਰਵ ਹੁੰਦੇ ਨੇ ਉਹ ਸਾਰੇ ਫੂਡ ਐਂਡ ਬੈਵਰੇਜਸ ਦੇ ਵਿੱਚ ਆਉਂਦੇ ਨੇ। ਸੋ ਖਾਣਾ ਇਕੱਲਾ ਰੈਸਟੋਰੈਂਟ ਦੇ ਵਿੱਚ ਨਹੀਂ, ਬਲਕਿ ਨਾਈਟ ਕਲੱਬ, ਬਲਕਿ ਡਿਸਕੋ, ਬਲਕਿ ਬੈਂਕੁਏਟ ਹਾਲ ਜਿੱਥੇ ਬੇਟਾ ਜੀ ਪਾਰਟੀਆਂ ਹੁੰਦੀਆਂ ਨੇ, ਕਾਨਫਰੰਸ ਹਾਲ ਬੇਟਾ ਜਿੱਥੇ ਕਿ ਮੀਟਿੰਗ ਹੁੰਦੀ ਨੇ, ਇਹ ਹਰ ਪਾਸੇ ਈਵਨ ਕਿ ਬਾਹਰ ਵਿੱਚ ਵੀ ਖਾਣਾ ਅਤੇ ਪੀਣ ਵਾਲੇ ਪਦਾਰਥਾਂ ਦੀ ਸਰਵਿਸ ਕੀਤੀ ਜਾਂਦੀ ਹੈ। ਦੂਸਰਾ ਕੰਪੋਨੈਂਟ ਬੇਟਾ ਜੀ ਟੂਰਿਜ਼ਮ ਐਂਡ ਟਰੈਵਲ, ਯਾਤਰਾ ਅਤੇ ਸੈਰ ਸਪਾਟਾ। ਤੁਸੀਂ ਜਾਣਦੇ ਹੀ ਹੋ ਘੁੰਮਣਾ ਫਿਰਨਾ, ਯਾਤਰਾ ਅਤੇ ਸੈਰ ਸਪਾਟਾ ਇਹ ਵੀ ਇੱਕ ਪ੍ਰਾਹੁਣਾਚਾਰੀ ਦਾ ਹੀ ਇੱਕ ਅੰਗ ਹੈ, ਇੱਕ ਉਹਦਾ ਹੀ ਹਿੱਸਾ ਹੈ। ਐਕੋਮੋਡੇਸ਼ਨਸ, ਤੀਸਰਾ ਕੰਪੋਨੈਂਟ ਹੈਗਾ ਹੌਸਪਿਟੈਲਿਟੀ ਦਾ ਐਕੋਮੋਡੇਸ਼ਨ। ਐਕੋਮੋਡੇਸ਼ਨ ਦਾ ਅਰਥ ਹੁੰਦਾ ਬੇਟਾ ਜੀ ਰਿਹਾਇਸ਼। ਇਹ ਸਾਰੇ ਆਪਸ ਦੇ ਵਿੱਚ ਸੰਬੰਧਿਤ ਨੇ। ਫੂਡ ਐਂਡ ਬੇਵਰੇਜਸ, ਐਕੋਮੋਡੇਸ਼ਨ, ਇਹ ਸਾਰੇ ਆਪਸ ਦੇ ਵਿੱਚ ਕੀ ਨੇ ਬੇਟਾ, ਲਿੰਕਡ ਨੇ, ਆਪਸ ਦੇ ਵਿੱਚ ਸੰਬੰਧਿਤ ਨੇ। ਐਕੋਮੋਡੇਸ਼ਨ ਦਾ ਅਰਥ ਹੁੰਦਾ ਬੇਟਾ ਜੀ ਰਿਹਾਇਸ਼। ਜਿਵੇਂ ਕਿ ਕੋਈ ਸੈਲਾਨੀ ਹੋਟਲ ਦੇ ਵਿੱਚ ਆਉਂਦਾ ਹੈ ਤਾਂ ਹੋਟਲ ਦੇ ਵਿੱਚ ਆਉਣ ਤੋਂ ਬਾਅਦ ਉਹਨੂੰ ਅਸੀਂ ਕੀ ਦਿੰਦੇ ਹਾਂ, ਅਸੀਂ ਉਹਨੂੰ ਕਮਰਾ ਦਿੰਦੇ ਹਾਂ ਰਹਿਣ ਵਾਸਤੇ। ਅਤੇ ਇਹ ਜਿੰਨੇ ਵੀ ਕਮਰੇ ਹੈ, ਰਹਿਣ ਦੀ ਜਿੰਨੇ ਵੀ ਥਾਵਾਂ ਨੇ, ਇਹ ਸਾਰੀਆਂ ਕਿਹਦੇ ਅੰਦਰ ਆਉਂਦੀਆਂ, ਐਕੋਮੋਡੇਸ਼ਨ। ਬੇਟਾ ਐਕੋਮੋਡੇਸ਼ਨ ਇਕੱਲੀ ਹੋਟਲ ਦੇ ਵਿੱਚ ਨਹੀਂ ਮਿਲਦੀ, ਲੇਕਿਨ ਜਿਵੇਂ ਕਿ ਸਰਾਂ, ਮੰਦਿਰ, ਗੁਰਦੁਆਰੇ, ਚਰਚ, ਠੀਕ ਹੈ ਜੀ, ਇਹ ਸਾਰੇ ਜਿਹੜੇ ਹੈ ਇਹਨਾਂ ਦੇ ਵਿੱਚ ਵੀ ਸਾਨੂੰ ਐਕੋਮੋਡੇਸ਼ਨ ਯਾਨੀ ਕਿ ਰਹਿਣ ਦੀ ਸੁਵਿਧਾ, ਸੌਣ ਦੀ ਸੁਵਿਧਾ ਮਿਲਦੀ ਹੈ। ਇਹ ਵੀ ਕੀ ਹੈ, ਪ੍ਰਾਹੁਣਾਚਾਰੀ ਦਾ ਇੱਕ ਅੰਗ ਹੈ। ਅਤੇ ਲਾਸਟ ਹੈ ਰਿਕ੍ਰੀਏਸ਼ਨ। ਤੁਸੀਂ ਇਹ ਪਿਕਚਰ ਵਿੱਚ ਦੇਖ ਸਕਦੇ ਹੋ, ਫੋਟੋ ਵਿੱਚ ਦੇਖ ਸਕਦੇ ਹੋ ਕਿ ਕਿਵੇਂ 3 ਕੁੜੀਆਂ ਬੋਟਿੰਗ ਕਰ ਰਹੀਆਂ ਨੇ ਅਤੇ ਬੋਟਿੰਗ ਕਰਦੇ ਕਰਦੇ ਕਿਵੇਂ ਆਨੰਦ ਦਾ ਅਨੁਭਵ ਕਰ ਰਹੀਆਂ ਨੇ। ਰਿਕ੍ਰੀਏਸ਼ਨ ਦੇ ਵਿੱਚ ਇਹੀ ਚੀਜ਼ਾਂ ਆਉਂਦੀਆਂ ਬੇਟਾ ਜੀ, ਮੌਜ ਮਸਤੀ। ਮੌਜ ਮਸਤੀ ਜਿਵੇਂ ਕਿ ਪਹਾੜ ਚੜ੍ਹਨਾ, ਗਾਣੇ ਗਾਣਾ, ਘੁੰਮਣਾ ਫਿਰਨਾ, ਸਕਾਈ ਡਾਈਵਿੰਗ ਕਰਨਾ, ਇਹ ਪਾਣੀ ਦੇ ਵਿੱਚ ਬੋਟਿੰਗ ਕਰਨਾ, ਸਕੇਟਿੰਗ ਕਰਨਾ, ਇਹ ਸਾਰੀਆਂ ਆਨੰਦ ਵਾਲੀਆਂ ਜਿਹਦੇ ਵਿੱਚ ਮਜ਼ਾ ਆਉਂਦਾ ਹੈ, ਇਹ ਚੀਜ਼ਾਂ ਕਰਨ ਨੂੰ ਕੀ ਕਹਿੰਦੇ ਆ, ਰੀਕ੍ਰੀਏਸ਼ਨ। ਇਹ ਹਮੇਸ਼ਾ ਉਦੋਂ ਕੀਤੀ ਜਾਂਦੀ ਹੈ ਫਰੀ ਟਾਈਮ ਦੇ ਵਿੱਚ। ਇਹ ਵੀ ਕੀ ਹੈ, ਇੱਕ ਯਾਤਰਾ ਅਤੇ ਸੈਰ ਸਪਾਟਾ ਦਾ ਇੱਕ ਅਭਿੰਨ ਅੰਗ ਹੈ। ਸੋ ਮੈਂ ਮੁੜ ਤੋਂ 4 ਜਿਹੜੇ ਹੈ ਕੰਪੋਨੈਂਟਸ ਹੈ ਉਹਦੇ ਬਾਰੇ ਚਰਚਾ ਕਰਾਂਗਾ। ਸਭ ਤੋਂ ਪਹਿਲਾਂ ਫੂਡ ਐਂਡ ਬੈਵਰੇਜਸ, ਖਾਣਾ ਅਤੇ ਪੀਣਾ, ਟਰੈਵਲ ਐਂਡ ਟੂਰਿਜ਼ਮ, ਯਾਤਰਾ ਅਤੇ ਸੈਰ ਸਪਾਟਾ, ਐਕੋਮੋਡੇਸ਼ਨ ਹੁੰਦਾ ਰਿਹਾਇਸ਼ ਅਤੇ ਰਿਕ੍ਰੀਏਸ਼ਨ ਹੁੰਦਾ ਮੌਜ ਮਸਤੀ। ਇਹ 4 ਕੰਪੋਨੈਂਟ ਨੇ ਹੌਸਪਿਟੈਲਿਟੀ ਦੇ। ਪ੍ਰਾਹੁਣਾਚਾਰੀ ਉਦਯੋਗ ਦੇ ਇਹ 4 ਭਾਗ ਹਨ, 4 ਹਿੱਸੇ ਹਨ। ਜਿਵੇਂ ਕਿ ਬੇਟਾ ਜੀ ਇੱਕ ਕੁਰਸੀ ਦੀਆਂ 4 ਲੱਤਾਂ ਹੁੰਦੀਆਂ ਹਨ, ਉਸੇ ਪ੍ਰਕਾਰ ਹੌਸਪਿਟੈਲਿਟੀ ਦੀਆਂ 4 ਲੱਤਾਂ ਹਨ। ਇਹਨਾਂ 4 ਲੱਤਾਂ ਦੇ ਨਾਲ ਹੀ ਪ੍ਰੋਪਰ ਇੱਕ ਕੁਰਸੀ ਬਣਦੀ ਹੈ। ਉਸੇ ਪ੍ਰਕਾਰ ਇਹ 4 ਅੰਗਾਂ ਦੇ ਨਾਲ ਹੀ ਹੌਸਪਿਟੈਲਿਟੀ ਪੂਰਨ ਮੰਨੀ ਜਾਂਦੀ ਹੈ। ਅਗਲਾ ਸਾਡਾ ਟੌਪਿਕ ਹੈ ਕਸਟਮਰ ਸੈਂਟਰਿਕ ਸਰਵਿਸ। ਬੇਟਾ ਅਸੀਂ ਹੋਟਲ ਦੇ ਵਿੱਚ, ਹੌਸਪਿਟੈਲਿਟੀ ਉਦਯੋਗ ਦੇ ਵਿੱਚ ਅਸੀਂ ਜਿੰਨੀ ਵੀ ਸੇਵਾਵਾਂ ਦਿੰਦੇ ਹਾਂ, ਉਹ ਸਾਰੀਆਂ ਸੇਵਾਵਾਂ ਦਾ ਮੁੱਖ ਉਦੇਸ਼ ਹੁੰਦਾ ਹੈ ਸਾਡੇ ਸੈਲਾਨੀ, ਸਾਡੇ ਗ੍ਰਾਹਕ, ਸਾਡੇ ਮਹਿਮਾਨ ਖੁਸ਼ ਹੋਣ। ਬਸ ਦਾ ਮੇਨ ਆਈਡੀਆ ਆਫ ਆਰ ਸਰਵਿਸ ਇਜ਼ ਟੂ ਸਰਵ ਦੈਮ, ਉਹਨਾਂ ਨੂੰ ਪ੍ਰਸੰਨ ਕਰਨਾ। ਅਤੇ ਸਾਡੀ ਜਿੰਨੀਆਂ ਵੀ ਸੇਵਾਵਾਂ ਹੁੰਦੀਆਂ ਉਹ ਸਾਰੀਆਂ ਦੇ ਸਾਰੀਆਂ ਗੈਸਟ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੀ ਹੁੰਦੀਆਂ, ਜੋ ਉਹਨਾਂ ਨੂੰ ਚਾਹੀਦਾ ਉਹਦੇ ਮੱਦੇ ਨਜ਼ਰ ਰੱਖਦੇ ਹੋਏ ਹੀ ਹੁੰਦੀਆਂ ਹਨ। ਕਿਉਂਕਿ ਸੈਲਾਨੀ ਸਾਡੇ ਲਈ ਕੀ ਹੈ, ਭਗਵਾਨ ਹੈ। ਤੁਸੀਂ ਭਾਰਤ ਦੇ ਵਿੱਚ ਇੱਕ ਸਲੋਗਨ ਸੁਣਿਆ ਹੋਣਾ, ਅਤਿਥੀ ਦੇਵੋ ਭਵ, ਕਿ ਸਾਡੀ ਹਿੰਦੂ ਸੰਸਕ੍ਰਿਤੀ ਦੇ ਵਿੱਚ, ਸਾਡੀ ਸਨਾਤਨ ਸੰਸਕ੍ਰਿਤੀ ਦੇ ਵਿੱਚ ਸੈਲਾਨੀ ਨੂੰ ਕੀ ਕਿਹਾ ਜਾਂਦਾ, ਗੈਸਟ ਨੂੰ ਅਤਿਥੀ। ਅਤੇ ਅਤਿਥੀ ਕੌਣ ਹੈ ਸਾਡੇ ਲਈ, ਭਗਵਾਨ ਦਾ ਰੂਪ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਸਾਡੇ ਘਰ ਦੇ ਵਿੱਚ ਕੋਈ ਵੀ ਮਹਿਮਾਨ ਆਵੇ ਉਹਨੂੰ ਭੁੱਖਾ ਨਾ ਤੋਰੋ, ਉਹਨੂੰ ਕੁਛ ਨਾ ਕੁਛ ਭਾਵੇਂ ਪਾਣੀ ਦੇ ਕੇ ਭੇਜੋ, ਉਹਨੂੰ ਜ਼ਰੂਰ ਕੁਛ ਨਾ ਕੁਛ ਖਵਾ ਪਿਲਾ ਕੇ ਭੇਜਣਾ ਚਾਹੀਦਾ। ਕਿਉਂਕਿ ਸਾਡੇ ਲਈ ਸੈਲਾਨੀ, ਸਾਡੇ ਲਈ ਮਹਿਮਾਨ ਕੌਣ ਹੈ, ਭਗਵਾਨ ਹੈ। ਅਤਿਥੀ ਦੇਵੋ ਭਵ,
ਭਗਵਾਨ ਦਾ ਮਤਲਬ ਉਹਨੂੰ ਭਗਵਾਨ ਵਰਗਾ ਸਤਿਕਾਰ ਦੇਣਾ ਚਾਹੀਦਾ ਹੈ। ਮਤਲਬ ਇਹ ਨਹੀਂ ਕਿ ਉਹ ਭਗਵਾਨ ਹੈ, ਇਹਦਾ ਅਰਥ ਇਹ ਹੋ ਗਿਆ ਕਿ ਭਗਵਾਨ ਦਾ ਜਿਵੇਂ ਅਸੀਂ ਮਾਣ ਆਦਰ ਕਰਦੇ ਹਾਂ, ਉਸੇ ਪ੍ਰਕਾਰ ਸੈਲਾਨੀਆਂ, ਸਾਡੇ ਜਿਹੜੇ ਗੈਸਟ ਨੇ, ਮਹਿਮਾਨਾਂ ਨੂੰ ਵੀ ਸਾਨੂੰ ਉੱਦਾਂ ਦਾ ਹੀ ਸਾਨੂੰ ਸਤਿਕਾਰ ਆਦਰ ਉਹਨਾਂ ਦਾ ਕਰਨਾ ਚਾਹੀਦਾ ਹੈ। ਸੋ ਸਾਡੀ ਜਿੰਨੀਆਂ ਵੀ ਸੇਵਾਵਾਂ ਹੁੰਦੀਆਂ ਨੇ ਉਹ ਸਾਰੇ ਦਾ ਸਾਰੀਆਂ ਕਸਟਮਰ ਸੈਂਟਰਿਕ, ਮਤਲਬ ਸਿਰਫ ਅਤੇ ਸਿਰਫ ਸੈਲਾਨੀ ਨੂੰ, ਮਹਿਮਾਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੀ ਇਹ ਬਣਾਈਆਂ ਜਾਂਦੀਆਂ ਨੇ। ਕਸਟਮਰ ਸੈਂਟਰਿਸਿਟੀ ਜਿਹੜੀ ਹੌਸਪਿਟੈਲਿਟੀ ਦੇ ਵਿੱਚ ਕਿਹੜੀ ਹੈ, ਇਹਦੇ ਵਿੱਚ ਅਸੀਂ ਕੀ ਕਰਦੇ ਹਾਂ, ਜਿਹੜੇ ਸਾਡੇ ਸੈਲਾਨੀ ਹੁੰਦੇ ਨੇ, ਭਾਵੇਂ ਉਹ ਸਾਡੇ ਲਈ ਅਜਨਬੀ ਹੈ, ਅਸੀਂ ਉਹਨਾਂ ਨਾਲ ਇੱਕ ਮਜ਼ਬੂਤ ਰਿਸ਼ਤਾ ਬਣਾਉਣ ਦਾ ਪ੍ਰਯਾਸ ਕਰਦੇ ਹਾਂ। ਵੀ ਬਿਲਡ ਸਟਰੋਂਗ ਰਿਲੇਸ਼ਨਸ਼ਿਪਸ ਵਿਦ ਸਟ੍ਰੇਂਜਰਸ, ਕਿ ਜਿਹੜੇ ਇੱਦਾਂ ਦੇ ਸੈਲਾਨੀ ਨੇ, ਇੱਦਾਂ ਦੇ ਮਹਿਮਾਨ ਆ ਜਿਹੜੇ ਹੋਟਲ ਦੇ ਵਿੱਚ ਆਏ ਆ, ਅਸੀਂ ਉਹਨਾਂ ਨੂੰ ਨਹੀਂ ਜਾਣਦੇ, ਲੇਕਿਨ ਅਸੀਂ ਇੱਕ ਇੰਨਾ ਕੁ ਪਿਆਰ ਪਾ ਲੈਂਦੇ ਉਹਨਾਂ ਦੇ ਨਾਲ ਕਿ ਉਹਨਾਂ ਨੂੰ ਸਾਡੀ ਗੱਲਾਂ ਯਾਦ ਆਉਣ, ਉਹਨਾਂ ਨੂੰ ਸਾਡੀਆਂ ਸੇਵਾਵਾਂ ਹੋਟਲ ਦੀਆਂ ਯਾਦ ਆਉਣ, ਤਾਂ ਜੋ ਉਹ ਦੁਬਾਰਾ ਜਦੋਂ ਵੀ ਉਸ ਸ਼ਹਿਰ ਦੇ ਵਿੱਚ ਆਉਣ, ਆ ਕੇ ਸਾਡੇ ਹੋਟਲ ਦੇ ਵਿੱਚ ਹੀ ਆਉਣ। ਉਹਨਾਂ ਨੂੰ ਇੰਨੀ ਕੁ ਵਧੀਆ ਸਰਵਿਸ ਦੇਣੀ ਹੈ। ਇਹੀ ਕਸਟਮਰ ਸੈਂਟਰਿਸਿਟੀ ਹੈ। ਇਹਦੇ ਵਿੱਚ ਵੈਲਿਊ ਇਜ਼ ਮੋਰ ਇੰਪੋਰਟੈਂਟ ਦੈਨ ਪ੍ਰਾਈਸ। ਸਾਡੇ ਲਈ ਸੈਲਾਨੀਆਂ ਦੀ ਇੱਜ਼ਤ, ਸੈਲਾਨੀਆਂ ਦੇ ਜਿਹੜਾ ਕਸਟਮਰ, ਜਿਹੜੇ ਗੈਸਟ ਨੇ ਸਾਡੇ, ਉਹਨਾਂ ਦੀ ਇੱਜ਼ਤ, ਉਹਨਾਂ ਦੀ ਆਓ ਭਗਤ ਉਹ ਜ਼ਿਆਦਾ ਜ਼ਰੂਰੀ ਹੈ ਪੈਸਿਆਂ ਨਾਲੋਂ। ਪੈਸਾ ਤਾਂ ਅਸੀਂ ਲੈਣਾ ਹੀ ਉਹਨਾਂ ਕੋਲੋਂ। ਹੋਟਲ ਦੇ ਵਿੱਚ ਜੇ ਕੋਈ ਆ ਰਿਹਾ, ਖਾ ਰਿਹਾ, ਪੀ ਰਿਹਾ ਅਤੇ ਕਮਰਾ ਲੈ ਰਿਹਾ ਤਾਂ ਉਹ ਪੈਸੇ ਤਾਂ ਦੇਏਗਾ ਹੀ, ਲੇਕਿਨ ਉਹਦੇ ਬਦਲੇ ਅਸੀਂ ਕੁਝ ਦਈਏ ਉਹਨਾਂ ਨੂੰ। ਇਹੀ ਸਾਡਾ ਮੇਨ ਉਦੇਸ਼ ਹੁੰਦਾ ਹੈ। ਅਸੀਂ ਉਹਨਾਂ ਨੂੰ ਇੰਨੀ ਕੁ ਵਧੀਆ ਸਰਵਿਸ ਦਈਏ ਕਿ ਬਾਰ-ਬਾਰ ਉਹ ਸਾਡੇ ਹੋਟਲ ਦੇ ਵਿੱਚ ਆਉਣ। ਇਹੀ ਹੈ ਕਸਟਮਰ ਸੈਂਟਰਿਸਿਟੀ, ਕਿ ਸਾਡੀ ਜਿੰਨੀਆਂ ਸੇਵਾਵਾਂ ਕਸਟਮਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ, ਗ੍ਰਾਹਕ ਮਹਿਮਾਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੀ ਕੀਤੀਆਂ ਜਾਣ। ਅਗਲਾ ਸਾਡਾ ਟੌਪਿਕ ਹੈ ਬੇਟਾ, ਡੈਫੀਨੇਸ਼ਨ ਆਫ ਫੂਡ ਐਂਡ ਬੇਵਰੇਜ ਸਰਵਿਸ। ਫੂਡ ਐਂਡ ਬੇਵਰੇਜ ਸਰਵਿਸ, ਜਿਵੇਂ ਕਿ ਤੁਸੀਂ ਨਾਮ ਜਾਣਦੇ ਹੋ, ਫੂਡ ਮਤਲਬ ਖਾਣਾ, ਬੇਵਰੇਜ ਮਤਲਬ ਪੀਣ ਵਾਲੇ ਪਦਾਰਥ, ਅਤੇ ਸਰਵਿਸ ਮਤਲਬ ਸੇਵਾ। ਖਾਣਾ ਅਤੇ ਪੀਣੇ ਦੀ ਸੇਵਾ ਨੂੰ ਕਹਾਂਗੇ ਫੂਡ ਐਂਡ ਬੇਵਰੇਜ ਸਰਵਿਸ। ਅੱਛਾ, ਫੂਡ ਐਂਡ ਬੇਵਰੇਜ ਸਰਵਿਸ ਕੀ ਹੁੰਦਾ ਹੈ, ਇਹਦੀ ਕੀ ਪਰਿਭਾਸ਼ਾ ਹੈ? ਇਹਦਾ ਮਤਲਬ ਇਹ ਹੈਗਾ ਬੇਟਾ ਜੀ ਕਿ ਖਾਣਾ ਜਦੋਂ ਕਿਚਨ ਤੋਂ ਬਣ ਜਾਂਦਾ ਹੈ, ਕਿਚਨ ਦੇ ਵਿੱਚ ਖਾਣਾ ਬਣਨ ਤੋਂ ਬਾਅਦ ਉਹਨੂੰ ਕਿਤੇ ਨਾ ਕਿਤੇ ਪਰੋਸਿਆ ਜਾਂਦਾ ਹੈ। ਜਿਹੜੀ ਥਾਂ 'ਤੇ ਉਹਨੂੰ ਪਰੋਸਿਆ ਜਾਂਦਾ ਉਸ ਨੂੰ ਕਿਹਾ ਜਾਂਦਾ ਹੈ ਰੈਸਟੋਰੈਂਟ, ਬਾਰ, ਪਬ, ਡਿਸਕੋ, ਨਾਈਟ ਕਲੱਬ। ਅਲੱਗ-ਅਲੱਗ ਥਾਵਾਂ 'ਤੇ ਖਾਣਿਆਂ ਨੂੰ ਪਰੋਸਿਆ ਜਾਂਦਾ ਹੈ, ਅਤੇ ਜਿਸ ਤਰੀਕੇ ਨਾਲ ਉਹਨੂੰ ਪਰੋਸਿਆ ਜਾਂਦਾ ਹੈ ਉਹਨੂੰ ਕਹਿੰਦੇ ਆ ਫੂਡ ਐਂਡ ਬੇਵਰੇਜ ਸਰਵਿਸ। ਜੇ ਹੋਰ ਸਿੰਪਲ ਭਾਸ਼ਾ ਦੇ ਵਿੱਚ ਮੈਂ ਦੱਸਾਂ ਤਾਂ ਬੇਟਾ ਜੀ ਇੱਕ ਲਾਈਨ ਦੇ ਵਿੱਚ ਦੱਸਣਾ ਚਾਹਾਂਗਾ ਕਿ ਕਿਚਨ ਤੋਂ ਬਣਿਆ ਖਾਣੇ ਨੂੰ ਅੱਛੇ ਤਰੀਕੇ ਨਾਲ, ਸੋਹਣੇ ਢੰਗ ਦੇ ਨਾਲ ਪੇਸ਼ ਕਰਨਾ ਮਹਿਮਾਨਾਂ ਨੂੰ ਫੂਡ ਐਂਡ ਬੇਵਰੇਜ ਸਰਵਿਸ ਕਿਹਾ ਜਾਂਦਾ ਹੈ। ਇਟ ਕੈਨ ਬੀ ਬ੍ਰੌਡਲੀ ਡਿਫਾਈਨਡ ਐਜ਼ ਦੀ ਪ੍ਰੋਸੈਸ ਆਫ ਪ੍ਰੀਪੇਅਰਿੰਗ, ਪ੍ਰੈਜ਼ੈਂਟਿੰਗ ਐਂਡ ਸਰਵਿੰਗ ਆਫ ਫੂਡ ਐਂਡ ਬੇਵਰੇਜਸ ਟੂ ਦਾ ਕਸਟਮਰਸ। ਕਿ ਸੈਲਾਨੀਆਂ ਨੂੰ, ਮਹਿਮਾਨਾਂ ਨੂੰ ਖਾਣਾ ਪਰੋਸਣਾ, ਖਾਣਾ ਅਤੇ ਪੀਣ ਵਾਲੇ ਪਦਾਰਥਾਂ ਨੂੰ ਪਰੋਸਣਾ F&B ਸਰਵਿਸ ਯਾਨੀ ਕਿ ਫੂਡ ਐਂਡ ਬੇਵਰੇਜ ਸਰਵਿਸ ਕਿਹਾ ਜਾਂਦਾ ਹੈ। ਇਹ ਕਿੱਥੇ ਹੁੰਦੀ ਹੈ? ਇਹ ਬੇਟਾ ਦੋ ਜਗ੍ਹਾ 'ਤੇ ਹੁੰਦੀ ਹੈ, ਔਨ ਪ੍ਰੀਮਾਈਸਿਸ ਅਤੇ ਆਫ ਪ੍ਰੀਮਾਈਸਿਸ। ਇਹਦੇ ਬਾਰੇ ਅਸੀਂ ਥੋੜ੍ਹਾ ਜਿਹਾ ਵਿਸਥਾਰ ਵਿੱਚ ਚਰਚਾ ਕਰਾਂਗੇ ਕਿ ਔਨ ਪ੍ਰੀਮਾਈਸਿਸ ਕੀ ਹੁੰਦਾ। ਔਨ ਪ੍ਰੀਮਾਈਸਿਸ ਹੁੰਦਾ ਬੇਟਾ ਜੀ ਕਿ ਜਿੱਥੇ ਖਾਣਾ ਬਣਿਆ ਉੱਥੇ ਹੀ ਸਰਵ ਹੋਇਆ। ਉਦਾਹਰਨ ਦੇ ਤੌਰ 'ਤੇ ਤੁਹਾਡੇ ਘਰ ਖਾਣਾ ਬਣਿਆ ਅਤੇ ਤੁਹਾਡੇ ਘਰ ਹੀ ਲੌਬੀ ਦੇ ਵਿੱਚ ਬਿਠਾ ਕੇ ਤੁਹਾਡੇ ਚਾਚਾ ਜੀ ਨੂੰ ਖਾਣਾ ਖਵਾ ਦਿੱਤਾ, ਉਹਨੂੰ ਕਹਾਂਗੇ ਔਨ ਪ੍ਰੀਮਾਈਸਿਸ। ਅਤੇ ਦੂਜਾ ਹੁੰਦਾ ਹੈ ਆਫ ਪ੍ਰੀਮਾਈਸਿਸ। ਇਹਦਾ ਉਦਾਹਰਨ ਸਮਝ ਲਓ ਕਿ ਜਿਵੇਂ ਖਾਣਾ ਬਣਿਆ ਤੁਹਾਡੇ ਘਰ, ਲੇਕਿਨ ਇਹਨੂੰ ਪੈਕ ਕਰਕੇ ਇਹਨੂੰ ਦੂਸਰੀ ਥਾਂ 'ਤੇ ਲੈ ਗਏ, ਕਿਤੇ ਤੁਹਾਡੇ ਦੋਸਤ ਦੇ ਘਰ ਲੈ ਗਏ, ਉੱਥੇ ਖਾਣੇ ਨੂੰ ਪਰੋਸਿਆ ਗਿਆ, ਇਹਨੂੰ ਕਹਾਂਗੇ ਆਫ ਪ੍ਰੀਮਾਈਸਿਸ। ਇੱਦਾਂ ਹੀ ਹੋਟਲਸ ਦੇ ਵਿੱਚ ਹੁੰਦਾ ਹੈ, ਜਿਹੜੇ ਹੋਟਲ ਦੇ ਵਿੱਚ ਖਾਣਾ ਬਣਦਾ ਹੈ ਅਤੇ ਉੱਥੇ ਹੀ ਸਰਵ ਹੁੰਦਾ ਹੈ ਉਹਨੂੰ ਕਹਾਂਗੇ ਔਨ ਪ੍ਰੀਮਾਈਸਿਸ। ਅਤੇ ਆਫ ਪ੍ਰੀਮਾਈਸਿਸ ਮਤਲਬ ਕਿਸੇ ਹੋਰ ਹੋਟਲ 'ਚ ਖਾਣਾ ਬਣਿਆ ਅਤੇ ਪਰੋਸਿਆ ਕਿਤੇ ਹੋਰ, ਇਹਨੂੰ ਕਹਾਂਗੇ ਆਫ ਪ੍ਰੀਮਾਈਸਿਸ। ਇਹ ਬੇਟਾ ਤੁਸੀਂ ਦੇਖ ਸਕਦੇ ਹੋ ਫੂਡ ਐਂਡ ਬੇਵਰੇਜ ਸਰਵਿਸਿਜ਼ ਕਿੱਥੇ ਹੁੰਦੀਆਂ ਨੇ। ਇਹ ਲੈਫਟ ਉੱਪਰ ਜਿਹੜੀ ਫੋਟੋ ਹੈਗੀ ਹੈ, ਲੈਫਟ ਸਾਈਡ 'ਤੇ ਉੱਪਰ ਵਾਲੀ, ਉਹ ਦੇਖੋ ਰੈਸਟੋਰੈਂਟ ਬਣਿਆ ਹੋਇਆ ਹੈ। ਰਾਈਟ ਸਾਈਡ 'ਤੇ ਤੁਸੀਂ ਦੇਖਿਓ ਉੱਪਰ ਇਹ ਬੈਂਕੁਏਟ ਹਾਲ ਬਣਿਆ ਬੇਟਾ ਜੀ, ਅਤੇ ਬਹੁਤ ਸਾਰੇ ਟੇਬਲ ਲੱਗੇ ਹੋਏ ਨੇ। ਇੱਥੇ ਵਿਆਹ ਸ਼ਾਦੀਆਂ ਦਾ ਮੌਕਿਆਂ ਦੇ ਉੱਤੇ ਵੀ ਖਾਣਾ ਸਰਵ ਕੀਤਾ ਜਾਂਦਾ ਹੈ। ਥਰਡ ਬੇਟਾ ਜੀ,
ਥੱਲੇ ਲੈਫਟ ਸਾਈਡ ਤੇ ਤੁਸੀਂ ਦੇਖੋ ਕਿ ਬਾਹਰ ਦੀ ਫੋਟੋ ਬਣੀ ਹੋਈ ਹੈ, ਕਿੰਨੇ ਸਾਰੇ ਸਟੂਲ ਲੱਗੇ ਹੈ। ਇੱਥੇ ਵੀ ਬੇਟਾ ਖਾਣਾ ਅਤੇ ਪੀਣ ਵਾਲੇ ਪਦਾਰਥਾਂ ਦੀ ਸਰਵਿਸ ਯਾਨੀ ਕਿ ਸੇਵਾ ਕੀਤੀ ਜਾਂਦੀ ਹੈ। ਅਤੇ ਚੌਥਾ ਤੁਸੀਂ ਰਾਈਟ ਸਾਈਡ ਤੇ ਫੋਟੋ ਦੇਖੋ, ਇੱਕ ਟਰੇ ਫੜੀ ਹੋਈ ਹੈ ਜਿਹਦੇ ਵਿੱਚ ਬ੍ਰੈਡਸ, ਜੂਸਿਸ, ਪਨੀਰ, ਦੁੱਧ, ਫਰੂਟ ਅਤੇ ਕੌਫੀ ਪਈ ਹੋਈ ਹੈ। ਇਹਨੂੰ ਕਹਿੰਦੇ ਆ ਰੂਮ ਸਰਵਿਸ। ਰੂਮ ਸਰਵਿਸ ਦਾ ਮਤਲਬ ਹੁੰਦਾ ਹੈ ਕਿ ਰੂਮ ਦੇ ਅੰਦਰ ਖਾਣਾ ਪ੍ਰੋਵਾਈਡ ਕਰਵਾਉਣਾ। ਕਿਸੇ ਵੇਲੇ ਸੈਲਾਨੀ ਕਹਿ ਦਿੰਦੇ ਆ ਮੇਰਾ ਮੂਡ ਨਹੀਂ ਹੈ ਰੈਸਟੋਰੈਂਟ ਦੇ ਵਿੱਚ ਆਉਣ ਦਾ, ਪਲੀਜ਼ ਕਿਰਪਾ ਕਰਕੇ ਮੇਰੇ ਕਮਰੇ ਦੇ ਵਿੱਚ ਹੀ ਤੁਸੀਂ ਖਾਣਾ ਲੈ ਆਓ। ਤਾਂ ਉਸ ਸਮੇਂ ਰੈਸਟੋਰੈਂਟ ਵਾਲੇ ਕੀ ਕਰਦੇ ਨੇ, ਖਾਣਾ ਰੈਡੀ ਕਰਕੇ ਸੈਲਾਨੀ ਦੇ, ਮਹਿਮਾਨ ਦੇ ਕਮਰੇ ਦੇ ਵਿੱਚ ਹੀ ਲੈ ਜਾਂਦੇ ਨੇ। ਇਹ ਸਾਰਾ ਹੀ ਬੇਟਾ ਫੂਡ ਐਂਡ ਬੇਵਰੇਜਸ ਸਰਵਿਸ ਦੇ ਵਿੱਚ ਆਉਣਾ ਹੈ। ਰੈਸਟੋਰੈਂਟ, ਇਹ ਬੈਂਕੁਏਟ, ਇਹ ਬਾਰ ਅਤੇ ਰੂਮ ਸਰਵਿਸ, ਇਹ ਸਾਰਾ ਹੀ ਫੂਡ ਐਂਡ ਬੇਵਰੇਜ ਸਰਵਿਸਿਜ਼ ਦੇ ਵਿੱਚ ਆਉਂਦਾ ਹੈ। ਇਹ ਸਾਰੀਆਂ ਥਾਵਾਂ ਦੇ ਉੱਤੇ ਅਸੀਂ ਖਾਣਾ ਅਤੇ ਪੀਣ ਵਾਲੀ ਪਦਾਰਥਾਂ ਦੀ ਸੇਵਾ ਸਰਵਿਸ ਕਰਦੇ ਹਾਂ। ਅੱਗੇ ਬੇਟਾ ਅਸੀਂ ਗੱਲ ਕਰਾਂਗੇ ਟਾਈਪਸ ਆਫ ਫੂਡ ਐਂਡ ਬੇਵਰੇਜ ਆਪਰੇਸ਼ਨਸ। ਖਾਣਾ ਅਤੇ ਬੇਵਰੇਜਸ ਜਿਹੜੇ ਹੈਗੇ ਆ, ਇਹ ਕਿੰਨੇ ਪ੍ਰਕਾਰ ਦੇ ਆਪਰੇਸ਼ਨਸ ਹੁੰਦੇ ਨੇ। ਸਭ ਤੋਂ ਪਹਿਲਾਂ ਬੇਟਾ ਜੀ ਇਹ ਹੈਗਾ ਕਮਰਸ਼ੀਅਲ। ਫੂਡ ਐਂਡ ਬੇਵਰੇਜ ਆਪਰੇਸ਼ਨਸ ਦੀ ਮੈਂ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ ਕਮਰਸ਼ੀਅਲ ਆਪਰੇਸ਼ਨਸ ਦਾ ਮਤਲਬ ਇਹ ਹੁੰਦਾ ਹੈ ਕਿ ਇਹ ਉਹ ਖਾਣਾ ਅਤੇ ਪਦਾਰਥ, ਫੂਡ ਐਂਡ ਬੇਵਰੇਜ ਸਰਵਿਸ ਇਹ ਉਹ ਪ੍ਰਕਾਰ ਦੀ ਹੁੰਦੀ ਹੈ ਜਿਹਦਾ ਮੁੱਖ ਉਦੇਸ਼ ਕੀ ਹੁੰਦਾ ਹੈ, ਪੈਸਾ ਕਮਾਉਣਾ। ਪੈਸਾ ਕਮਾਉਣਾ ਹੀ ਜਿਹਦਾ ਮੁੱਖ ਉਦੇਸ਼ ਹੈ, ਉਹਨੂੰ ਕਹਾਂਗੇ ਕਮਰਸ਼ੀਅਲ। ਕਮਰਸ਼ੀਅਲ ਦਾ ਅਰਥ ਹੀ ਇਹੀ ਹੁੰਦਾ ਹੈ। ਕਮਰਸ਼ੀਅਲ ਸ਼ਬਦ ਹੈ ਕਾਮਰਸ ਤੋਂ, ਤਾਂ ਕਾਮਰਸ ਦਾ ਮਤਲਬ ਹੁੰਦਾ ਲੈਣ ਦੇਣ, ਠੀਕ ਹੈ। ਕਮਰਸ਼ੀਅਲ ਜਿਹੜਾ ਹੈਗਾ, ਕਮਰਸ਼ੀਅਲ ਦੇ ਵਿੱਚ ਕੀ ਆ ਜਾਂਦਾ ਬੇਟਾ ਜੀ, ਰੈਸਟੋਰੈਂਟ ਆ ਜਾਂਦਾ ਹੈ, ਬਾਰ ਆ ਜਾਂਦੇ ਹੈ, ਡਿਸਕੋ ਆ ਜਾਂਦਾ ਹੈ, ਫਾਸਟ ਫੂਡ ਅਤੇ ਲਾਉਂਜ। ਅਸੀਂ ਦੇਖਦੇ ਹਾਂ ਕਿ ਰੈਸਟੋਰੈਂਟ ਦੇ ਵਿੱਚ ਵੀ ਖਾਣਾ ਸਰਵ ਕੀਤਾ ਜਾਂਦਾ ਹੈ ਅਤੇ ਇਹਦੇ ਬਦਲੇ ਕਾਫੀ ਸਾਰਾ ਪੈਸਾ ਚਾਰਜ ਕੀਤਾ ਜਾਂਦਾ ਹੈ। ਬਾਰਸ ਜਿਹੜੇ ਨੇ ਉੱਥੇ ਵੀ ਦਾਰੂ, ਵਾਈਨ, ਵਿਸਕੀ, ਜਿਨ, ਰਮ, ਵੋਡਕਾ, ਟਕੀਲਾ, ਇਹ ਸਾਰੇ ਪਦਾਰਥ ਜਿਹੜੇ ਦਿੱਤੇ ਜਾਂਦੇ ਨੇ ਅਤੇ ਇਹਦੇ ਬਦਲੇ ਕੀ ਲਿਆ ਜਾਂਦਾ ਹੈ, ਪੈਸਾ। ਡਿਸਕੋ ਦੇ ਵਿੱਚ ਸਾਰੇ ਨੱਚਦੇ ਨੇ, ਡਾਂਸ ਕਰਦੇ ਨੇ, ਉਹਦੇ ਬਦਲੇ ਖਾਣਾ ਪੀਣਾ ਨਾਲ ਉਹਦੇ ਦਿੱਤਾ ਜਾਂਦਾ ਹੈ। ਫਾਸਟ ਫੂਡ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਜਲਦੀ ਜਲਦੀ ਖਾਣਾ ਬਣਾਇਆ ਜਾਂਦਾ ਅਤੇ ਦਿੱਤਾ ਜਾਂਦਾ। ਲਾਉਂਜ ਬੇਟਾ ਉਹ ਥਾਂ ਹੁੰਦੀ ਹੈ ਜਿਹੜੀ ਤੁਸੀਂ ਹਰ ਹੋਟਲ ਦੇ ਫਲੋਰ ਦੇ ਵਿੱਚ ਪਾਈ ਜਾਂਦੀ ਹੈ। ਇਹ ਆਰਾਮ ਕਰਨ ਦਾ, ਰਿਲੈਕਸ ਕਰਨ ਦੀ ਜਗ੍ਹਾ ਹੁੰਦੀ ਹੈ। ਇੱਥੇ ਸੋਫੇ ਲੱਗੇ ਹੁੰਦੇ, ਇਹਨੂੰ ਕਹਿੰਦੇ ਆ ਲਾਉਂਜ। ਸੋ ਬੇਟਾ ਜਿੰਨੀਆਂ ਵੀ ਥਾਵਾਂ ਨੇ ਜਿਨ੍ਹਾਂ ਦਾ ਮੁੱਖ ਉਦੇਸ਼ ਪੈਸਾ ਕਮਾਉਣਾ ਹੈ, ਉਹਨੂੰ ਅਸੀਂ ਕਹਿੰਦੇ ਆ ਕਮਰਸ਼ੀਅਲ F&B ਆਪਰੇਸ਼ਨਸ। F&B ਆਪਰੇਸ਼ਨਸ ਇਕੱਲੇ ਕਮਰਸ਼ੀਅਲ ਹੀ ਨਹੀਂ ਹੁੰਦੇ, ਪੈਸਾ ਕਮਾਉਣ ਵਾਸਤੇ ਨਹੀਂ ਹੁੰਦੇ, ਕੁਝ ਵੈਲਫੇਅਰ ਵਾਸਤੇ ਵੀ ਹੁੰਦੇ ਨੇ। ਜਿਨ੍ਹਾਂ ਫੂਡ ਐਂਡ ਬੇਵਰੇਜ ਆਪਰੇਸ਼ਨਸ ਯਾਨੀ ਕਿ ਖਾਣਾ ਅਤੇ ਪੀਣ ਵਾਲੀ ਚੀਜ਼ਾਂ ਸਰਵ ਤੇ ਕਰਨੀਆਂ, ਲੇਕਿਨ ਜਿਨ੍ਹਾਂ ਦਾ ਮੁੱਖ ਉਦੇਸ਼ ਪੈਸਾ ਕਮਾਉਣਾ ਨਹੀਂ ਹੈ, ਜਿਨ੍ਹਾਂ ਦਾ ਮੁੱਖ ਉਦੇਸ਼ ਸੇਵਾ ਕਰਨਾ, ਵੈਲਫੇਅਰ ਕਰਨਾ, ਸਮਾਜ ਦੀ ਭਲਾਈ ਕਰਨਾ, ਉਹਨੂੰ ਅਸੀਂ ਕਹਾਂਗੇ F&B ਆਪਰੇਸ਼ਨਸ। ਕਿਹੜੇ? ਵੈਲਫੇਅਰ। ਵੈਲਫੇਅਰ ਦਾ ਅਰਥ ਹੁੰਦਾ ਭਲਾਈ। ਇਹਦੇ ਵਿੱਚ ਕੀ ਆ ਜਾਂਦਾ? ਹਸਪੀਟਲ। ਹਸਪੀਟਲ ਦਾ ਮੇਨ ਕੰਮ ਮਰੀਜ਼ਾਂ ਨੂੰ ਠੀਕ ਕਰਨਾ, ਨਾ ਕਿ ਖਾਣਾ ਦੇਣਾ, ਲੇਕਿਨ ਭਲਾਈ ਕਰਕੇ ਕਿ ਚਲੋ ਮਹਿਮਾਨ ਵਿਚਾਰੇ ਜਿਹੜੇ ਮਰੀਜ਼ ਨੇ ਉਹ ਠੀਕ ਹੋ ਜਾਣ, ਉਹਨਾਂ ਨੂੰ ਅੱਛਾ ਖਾਣਾ ਮਿਲੇ, ਇਸ ਕਰਕੇ ਵੀ ਉਹਨਾਂ ਦੀ ਭਲਾਈ ਲਈ ਉੱਥੇ ਵੀ ਖਾਣਾ ਸਰਵ ਕੀਤਾ ਜਾਂਦਾ ਹੈ। ਲੇਕਿਨ ਇਹਦਾ ਮੁੱਖ ਉਦੇਸ਼ ਪੈਸਾ ਕਮਾਉਣਾ ਨਹੀਂ ਹੈ। ਇਹਨਾਂ ਦਾ ਮੁੱਖ ਉਦੇਸ਼ ਕੀ ਹੈ? ਮਹਿਮਾਨ ਆਪਣਾ ਮਰੀਜ਼ਾਂ ਨੂੰ ਠੀਕ ਕਰਨਾ। ਇਹ ਕੀ ਹੈ? ਵੈਲਫੇਅਰ ਕੇਟਰਿੰਗ, ਵੈਲਫੇਅਰ ਫੂਡ ਐਂਡ ਬੇਵਰੇਜ ਆਪਰੇਸ਼ਨ। ਦੂਸਰਾ ਬੇਟਾ ਜੀ ਪ੍ਰਿਜ਼ਨ ਹਾਊਸ। ਪ੍ਰਿਜ਼ਨ ਹਾਊਸ ਮਤਲਬ ਕਿ ਜੇਲ੍ਹ। ਜੇਲ੍ਹਾਂ ਦੇ ਵਿੱਚ ਵੀ ਖਾਣੇ ਦੀ ਸਰਵਿਸ ਕੀਤੀ ਜਾਂਦੀ ਹੈ, ਲੇਕਿਨ ਕੋਈ ਉਹਨਾਂ ਕੋਲ ਪੈਸਾ ਨਹੀਂ ਲਿਆ ਜਾਂਦਾ, ਉੱਥੇ ਉਹਨਾਂ ਕੋਲ ਕੰਮ ਹੀ ਕਰਵਾਇਆ ਜਾਂਦਾ। ਦੂਸਰਾ ਹੋਸਟਲ ਮੈਸ। ਹੋਸਟਲ ਜਿਵੇਂ ਹੋ ਗਏ ਬੇਟਾ ਜੀ, ਤੁਸੀਂ ਵੇਖਿਆ ਹੋਣਾ ਕਾਲਜਸ ਨੇ, ਯੂਨੀਵਰਸਿਟੀਆਂ ਨੇ, ਸਕੂਲ ਹੈ, ਇਹਨਾਂ ਦੇ ਹੋਸਟਲ ਦੇ ਵਿੱਚ ਮੈਸ ਹੁੰਦੀ ਹੈ ਅਤੇ ਉਸ ਮੈਸ ਦੇ ਵਿੱਚ ਬੱਚਿਆਂ ਨੂੰ ਖਾਣਾ ਦਿੱਤਾ ਜਾਂਦਾ ਹੈ। ਇਹ ਵੀ ਕੀ ਹੈ? ਵੈਲਫੇਅਰ ਫੂਡ ਐਂਡ ਬੇਵਰੇਜ ਆਪਰੇਸ਼ਨ ਹੈ। ਅਤੇ ਓਲਡ ਏਜਡ ਹੋਮ ਬੇਟਾ ਜੀ, ਜਿਹੜੇ ਬਜ਼ੁਰਗ ਜਿਨ੍ਹਾਂ ਨੂੰ ਘਰੋਂ ਕੱਢ ਦਿੱਤਾ ਜਾਂਦਾ, ਜਿਹੜੇ ਬਜ਼ੁਰਗਾਂ ਨੂੰ ਬੱਚੇ ਨਹੀਂ ਰੱਖਦੇ, ਉਹਨਾਂ ਨੂੰ ਓਲਡ ਏਜ ਹੋਮ ਦੇ ਵਿੱਚ ਰੱਖਿਆ ਜਾਂਦਾ, ਉੱਥੇ ਸਾਰੇ ਬਜ਼ੁਰਗ ਇਕੱਠੇ ਰਹਿੰਦੇ ਆ। ਉਹ ਵੀ ਬੇਟਾ ਇੱਕ ਵੈਲਫੇਅਰ ਕੇਟਰਿੰਗ ਹੈ, ਇੱਕ ਵੈਲਫੇਅਰ ਫੂਡ ਐਂਡ ਬੇਵਰੇਜ ਆਪਰੇਸ਼ਨ ਹੈ। ਇਹ ਫ੍ਰੀ ਆਫ ਕਾਸਟ ਬਜ਼ੁਰਗਾਂ ਨੂੰ ਖਾਣਾ ਦਿੱਤਾ ਜਾਂਦਾ ਹੈ। ਇਹ ਸਾਰੀ ਵੈਲਫੇਅਰ ਕੇਟਰਿੰਗ ਦਾ ਉਦੇਸ਼ ਸਿਰਫ ਇੱਕ ਮਾਤਰ ਸੇਵਾ ਹੈ, ਨਾ ਕਿ ਪੈਸਾ ਕਮਾਉਣਾ। ਅਗਲਾ ਬੇਟਾ ਸਾਡਾ ਟੌਪਿਕ ਹੈ ਕੇਟਰਿੰਗ। ਕੇਟਰਿੰਗ ਕੀ ਹੁੰਦੀ ਹੈ? ਕੇਟਰਿੰਗ ਦਾ ਮਤਲਬ ਹੁੰਦਾ ਬੇਟਾ ਜੀ ਸੇਵਾ। ਕਿਹੜੀ ਸੇਵਾ? ਖਾਣੇ ਦੀ ਸੇਵਾ। ਤੁਸੀਂ ਵੇਖਿਆ ਹੋਣਾ ਬੇਟਾ ਜੀ, ਵਿਆਹਾਂ ਅਤੇ ਸ਼ਾਦੀਆਂ ਦੇ ਵਿੱਚ ਖਾਣੇ ਦੇ ਸਟਾਲ ਲੱਗੇ ਹੁੰਦੇ ਨੇ, ਮਿੱਠਾ ਅਲੱਗ ਲੱਗਾ ਹੁੰਦਾ ਹੈ,
ਖਾਣਾ ਅਲੱਗ ਲੱਗਾ ਹੁੰਦਾ, ਸਲਾਦ ਅਲੱਗ ਅਤੇ ਸਨੈਕਸ ਦੇ ਕਾਊਂਟਰ ਅਲੱਗ ਲੱਗੇ ਹੁੰਦੇ ਨੇ। ਇਹਨੂੰ ਸਾਰਿਆਂ ਨੂੰ ਅਸੀਂ ਕੀ ਕਵਾਂਗੇ? ਕੇਟਰਿੰਗ। ਜਦੋਂ ਵੀ ਅਸੀਂ ਲਾਰਜ ਸਕੇਲ ਦੇ ਵਿੱਚ ਖਾਣਾ ਬਣਾ ਕੇ ਅਤੇ ਖਾਣੇ ਨੂੰ ਸਰਵ ਕਰਦੇ ਹਾਂ ਤਾਂ ਉਹਨੂੰ ਕਿਹਾ ਜਾਂਦਾ ਹੈ ਕੇਟਰਿੰਗ। ਤੁਸੀਂ ਇਸ ਫੋਟੋ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਸ਼ੈਫਨ ਡਿਸ਼ਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਖਾਣੇ ਪਏ ਹੋਏ ਨੇ ਅਤੇ ਸੈਲਾਨੀ ਖੁਦ ਹੀ ਇਹਨਾਂ ਖਾਣਿਆਂ ਨੂੰ ਲੈ ਰਹੇ ਨੇ ਅਤੇ ਸਰਵ ਕਰ ਰਹੇ ਨੇ। ਇਹ ਸਾਰਾ ਬੇਟਾ ਜੀ ਕੇਟਰਿੰਗ ਦੇ ਵਿੱਚ ਆਵੇਗਾ। ਹੋਰ ਸ਼ਾਰਟ ਕਰਕੇ ਜੇ ਮੈਂ ਦੱਸਣਾ ਚਾਹਾਂ ਤੁਹਾਨੂੰ ਤਾਂ ਮੈਂ ਕਹਾਂਗਾ ਕਿ ਕੇਟਰਿੰਗ ਦਾ ਅਰਥ ਹੁੰਦਾ ਹੈ ਖਾਣੇ ਨੂੰ ਬਣਾਉਣ ਤੋਂ ਬਾਅਦ ਲਾਰਜ ਸਕੇਲ ਦੇ ਉੱਤੇ ਖਾਣੇ ਨੂੰ ਪਰੋਸਣਾ। ਇਹਦਾ ਅਰਥ ਹੁੰਦਾ ਹੈ ਕੇਟਰਿੰਗ। ਅਗਲਾ ਸਾਡਾ ਟੌਪਿਕ ਹੈਗਾ ਹੈ ਕੁਇਕ ਸਰਵਿਸ ਰੈਸਟੋਰੈਂਟ, ਜਿਹਨੂੰ ਕਹਿੰਦੇ ਆ QSR। ਤੁਸੀਂ ਇਹ ਮੈਕਡੋਨਲਡਸ ਦੀ ਫੋਟੋ ਦੇਖ ਰਹੇ ਹੋਵੋਗੇ। ਮੈਕਡੋਨਲਡਸ ਇੱਕ ਇੱਦਾਂ ਦਾ ਰੈਸਟੋਰੈਂਟ ਹੈ ਬੇਟਾ ਜਿੱਥੇ ਸਾਨੂੰ ਜਲਦੀ ਤੋਂ ਜਲਦੀ ਖਾਣਾ ਮਿਲ ਜਾਂਦਾ ਹੈ। ਜੇ ਅਸੀਂ ਦੂਜੇ ਰੈਸਟੋਰੈਂਟ ਦੀ ਗੱਲ ਕਰੀਏ ਜਿੱਥੇ ਅਸੀਂ ਔਡਰ ਦਿੰਦੇ ਹਾਂ ਅਤੇ ਔਡਰ ਦੇਣ ਤੋਂ ਬਾਅਦ ਸਾਨੂੰ ਬੇਟਾ ਜੀ 15 ਤੋਂ 20 ਮਿੰਟ ਜਾਂ ਕਈ ਵਾਰ ਅੱਧਾ ਘੰਟਾ ਵੀ ਵੇਟ ਕਰਨਾ ਪੈਂਦਾ ਹੈ। ਲੇਕਿਨ ਇਹ ਜਿਹੜੇ QSR ਹੁੰਦੇ ਨੇ, ਕੁਇਕ ਸਰਵਿਸ ਰੈਸਟੋਰੈਂਟ ਹੁੰਦੇ ਨੇ, ਇਹਨਾਂ ਦੇ ਵਿੱਚ ਸਰਵਿਸ ਬਹੁਤ ਹੀ ਫਾਸਟ ਹੁੰਦੀ ਹੈ। ਅਸੀਂ ਔਡਰ ਕਰਦੇ ਹਾਂ ਅਤੇ ਔਡਰ ਕਰਨ ਦੇ 5-7 ਮਿੰਟਾਂ ਦੇ ਵਿੱਚ ਹੀ ਸਾਨੂੰ ਔਡਰ ਮਿਲ ਜਾਂਦਾ ਹੈ। ਇਸ ਤਰ੍ਹਾਂ ਦੇ ਜਿਹੜੇ ਰੈਸਟੋਰੈਂਟ ਹੁੰਦੇ ਨੇ ਇਹਨਾਂ ਨੂੰ ਕਿਹਾ ਜਾਂਦਾ ਹੈ ਕੁਇਕ ਸਰਵਿਸ ਰੈਸਟੋਰੈਂਟ। ਕਿਉਂਕਿ ਬੇਟਾ ਅੱਜ ਦੀ ਭਗਦੜ ਵਾਲੀ ਲਾਈਫ ਦੇ ਵਿੱਚ ਇਨਸਾਨਾਂ ਕੋਲ, ਲੋਕਾਂ ਕੋਲ ਟਾਈਮ ਬਹੁਤ ਘੱਟ ਰਹਿ ਗਿਆ ਹੈ। ਬਹੁਤ ਘੱਟ ਸਮਾਂ ਹੁੰਦਾ ਜਦੋਂ ਲੋਕਾਂ ਕੋਲ ਬੈਠ ਕੇ ਖਾਣ ਦਾ ਟਾਈਮ ਮਿਲਦਾ ਹੈ। ਲੋਕ ਕਹਿੰਦੇ ਹਰ ਕੰਮ ਜਲਦੀ ਹੋ ਜਾਵੇ, ਸਪੈਸ਼ਲੀ ਸਵੇਰੇ ਜਾਂ ਦੁਪਹਿਰੀ ਸਾਰਿਆਂ ਨੂੰ ਬਹੁਤ ਜਲਦੀ ਹੁੰਦੀ ਹੈ। ਉਸ ਸਮੇਂ ਦੇ ਵਿੱਚ ਇੱਦਾਂ ਦੇ QSR ਬਹੁਤ ਜ਼ਿਆਦਾ ਕੰਮ ਆਉਂਦੇ ਹੈ ਕਿ ਫਟਾਫਟ ਔਡਰ ਦਿੱਤਾ, ਖਾਣਾ ਆਇਆ, ਖਾਧਾ ਅਤੇ ਨਿਕਲ ਗਏ ਜਾਂ ਫਿਰ ਪੈਕ ਕਰਵਾ ਲਿਆ। ਸੋ ਇਹਨਾਂ ਨੂੰ ਕਵਾਂਗੇ ਕੁਇਕ ਸਰਵਿਸ ਰੈਸਟੋਰੈਂਟ, ਜਿੱਥੇ ਖਾਣਾ ਬਹੁਤ ਹੀ ਜਲਦੀ ਫਾਸਟ ਤਰੀਕੇ ਨਾਲ ਸਰਵ ਕੀਤਾ ਜਾਂਦਾ ਹੈ। ਲਾਸਟ ਟੌਪਿਕ ਸਾਡਾ ਬੇਟਾ ਹੈਗਾ ਅੱਜ ਦਾ ਫੂਡ ਐਂਡ ਬੇਵਰੇਜ ਸਰਵਿਸ ਸਾਈਕਲ। ਜਿਹੜਾ ਬੇਟਾ ਜੀ F&B ਸਰਵਿਸ ਸਾਈਕਲ ਹੈ। ਸਾਈਕਲ ਬੇਟਾ ਕੀ ਹੁੰਦਾ? ਤੁਸੀਂ ਵੇਖਿਆ ਹੋਣਾ ਕਿ ਸਾਈਕਲ ਦੇ ਵਿੱਚ 2 ਪਹੀਏ ਹੁੰਦੇ ਆ। ਜਿੱਥੋਂ ਪਹੀਆ ਸ਼ੁਰੂ ਹੁੰਦਾ ਘੁੰਮ ਕੇ ਪਹੀਆ ਫਿਰ ਉੱਥੇ ਆ ਜਾਂਦਾ ਹੈ। ਉੱਦਾਂ ਹੀ ਬੇਟਾ ਖਾਣਾ ਅਤੇ ਪੀਣਾ ਯਾਨੀ ਫੂਡ ਐਂਡ ਬੇਵਰੇਜ ਦਾ ਵੀ ਕੀ ਇੱਕ ਸਾਈਕਲ ਹੈਗਾ। ਤੁਸੀਂ ਕਹੋਗੇ ਸਾਈਕਲ ਹੈ? ਹੁਣ ਤੁਹਾਨੂੰ ਮੈਂ ਸਮਝਾਉਣਾ ਕਿਵੇਂ, ਕਿੱਥੋਂ ਖਾਣਾ ਬਣਦਾ ਅਤੇ ਕਿੱਥੋਂ ਮੁੱਕਦਾ, ਇਹ ਸਾਰਾ ਅਸੀਂ ਇਹਦੇ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲਾਂ ਬੇਟਾ ਜੀ ਕੀ ਹੁੰਦੀ ਹੈ? ਪਰਚੇਜ਼ਿੰਗ। ਤੁਸੀਂ ਟੌਪ ਦੇ ਵਿੱਚ ਤੁਸੀਂ ਇਹ ਸਾਈਕਲ ਦੇਖੋ, ਇਹ ਜਿਹੜਾ ਫਲੋ ਚਾਰਟ ਬਣਿਆ ਹੋਇਆ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਭ ਤੋਂ ਉੱਪਰ ਕੀ ਹੈ? ਪਰਚੇਜ਼ਿੰਗ। ਸਭ ਤੋਂ ਪਹਿਲਾਂ ਕਿਚਨ ਵਾਲੇ ਕੀ ਕਰਦੇ ਆ? ਰॉ ਮਟੀਰੀਅਲ ਦੀ ਰਿਕੁਐਸਟ ਦਿੰਦੇ ਆ ਕਿ ਭਈਆ ਤੁਸੀਂ ਖਾਣਾ ਬਣਾਉਣਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਕੀ ਚਾਹੀਦਾ ਹੈ? ਸਾਨੂੰ ਸਬਜ਼ੀਆਂ ਚਾਹੀਦੀਆਂ, ਸਾਨੂੰ ਮਸਾਲਾ ਚਾਹੀਦਾ ਹੈ, ਸਾਨੂੰ ਦੁੱਧ ਚਾਹੀਦਾ ਹੈ। ਇਹ ਕੌਣ ਲੈ ਕੇ ਆਉਂਦਾ ਹੈ? ਪਰਚੇਜ਼ਿੰਗ ਡਿਪਾਰਟਮੈਂਟ ਹੋਟਲ ਦੇ ਵਿੱਚ ਹੁੰਦਾ ਹੈ। ਇਹ ਕੀ ਕਰਦਾ ਹੈ? ਰॉ ਮਟੀਰੀਅਲ ਯਾਨੀ ਕਿ ਕੱਚਾ ਮਾਲ ਕੀ ਹੋਏਗਾ? ਸਬਜ਼ੀਆਂ, ਫਲ, ਦੁੱਧ, ਘਿਓ, ਮੱਖਣ, ਇਹ ਸਾਰਾ ਕੀ ਹੈ? ਅਨਾਜ, ਦਾਲਾਂ, ਕੱਚਾ ਮਾਲ ਹੈ। ਇਹ ਕੱਚੇ ਮਾਲ ਨੂੰ ਕੀ ਕੀਤਾ ਜਾਂਦਾ ਹੈ? ਪਰਚੇਜ਼ ਕੀਤਾ ਜਾਂਦਾ ਹੈ। ਤਾਂ ਸਭ ਤੋਂ ਪਹਿਲਾਂ ਕੀ ਹੋਏਗੀ? ਪਰਚੇਜ਼ਿੰਗ। ਅੱਛਾ, ਕੱਚਾ ਮਾਲ ਖਰੀਦ ਲਿਆ, ਉਸ ਤੋਂ ਬਾਅਦ ਕੀ ਹੋਏਗਾ? ਉਸ ਕੱਚਾ ਮਾਲ ਨੂੰ ਖਰੀਦਣ ਤੋਂ ਬਾਅਦ ਉਹਨੂੰ ਸਟੋਰ ਕੀਤਾ ਜਾਂਦਾ, ਉਹਨੂੰ ਰਿਸੀਵ ਕੀਤਾ ਜਾਂਦਾ ਹੈ। ਰਿਸੀਵ ਮਤਲਬ ਉਹਨੂੰ ਲੈਣਾ, ਉਹਦੀ ਐਂਟਰੀ ਪਾ ਦਿੱਤੀ ਜਾਂਦੀ ਕਿ ਹਾਂਜੀ ਜਿਹੜੀਆਂ ਦਾਲਾਂ, ਜਿਹੜਾ ਦੁੱਧ, ਜਿਹੜੀ ਸਬਜ਼ੀਆਂ ਮੰਗਾਈਆਂ ਸੀ ਉਹ ਰਿਸੀਵ ਹੋ ਗਈਆਂ, ਮਤਲਬ ਉਹ ਅਸੀਂ ਕਾਗਜ਼ਾਂ ਦੇ ਵਿੱਚ ਚਾੜ ਲਈਆਂ। ਅਤੇ ਰਿਸੀਵਿੰਗ ਤੋਂ ਬਾਅਦ ਤੁਸੀਂ ਦੇਖਦੇ ਹੋ ਕਿ ਬੇਟਾ ਉਸ ਤੋਂ ਬਾਅਦ ਕੀ ਕੀਤਾ ਜਾਂਦਾ? ਉਹਨੂੰ ਸਟੋਰ ਕੀਤਾ ਜਾਂਦਾ ਹੈ। ਪਹਿਲਾਂ ਅਸੀਂ ਉਹਦਾ ਆਰਡਰ ਕਰਦੇ ਹਾਂ, ਫਿਰ ਅਸੀਂ ਉਹਨੂੰ ਖਰੀਦਦੇ ਹਾਂ, ਖਰੀਦਣ ਤੋਂ ਬਾਅਦ ਅਸੀਂ ਉਹਨੂੰ ਰਿਸੀਵ ਕਰਦੇ ਹਾਂ, ਕਾਗਜ਼ਾਂ ਦੇ ਵਿੱਚ ਨੋਟ ਕਰਦੇ ਹਾਂ ਅਤੇ ਫਿਰ ਅਸੀਂ ਕੀ ਕਰਦੇ ਹਾਂ? ਸਟੋਰ ਕਰਦੇ ਹਾਂ। ਕਿਹਨੂੰ? ਰॉ ਮਟੀਰੀਅਲ ਨੂੰ, ਕੱਚਾ ਪਦਾਰਥ ਨੂੰ, ਜਿਹੜਾ ਤੇਲ, ਰਾਸ਼ਨ, ਸਬਜ਼ੀਆਂ ਆਈਆਂ ਉਹਨੂੰ ਅਸੀਂ ਸਟੋਰ ਦੇ ਵਿੱਚ ਸਟੋਰ ਕਰ ਦਿੰਦੇ ਹਾਂ। ਅੱਛਾ, ਇਸ ਤੋਂ ਬਾਅਦ ਹੁਣ ਕਿਚਨ ਵਾਲੇ ਕੀ ਕਹਿੰਦੇ ਆ? ਕਿਚਨ ਵਾਲੇ ਕਹਿੰਦੇ ਆ ਜੀ ਅਸੀਂ ਖਾਣਾ ਬਣਾਉਣਾ, ਸਾਨੂੰ ਸਮਾਨ ਦੇ ਦਿੱਤਾ ਜਾਵੇ। ਫਿਰ ਕਿਚਨ ਨੂੰ ਉਹੀ ਰਾਸ਼ਨ ਇਸ਼ੂ ਕਰ ਦਿੱਤਾ ਜਾਂਦਾ। ਹਾਂਜੀ, ਤੇਲ ਕਿੰਨਾ ਚਾਹੀਦਾ? ਐ ਲਓ ਜੀ 2 ਲੀਟਰ ਤੇਲ। ਹਾਂਜੀ, ਅਨਾਜ ਕਿੰਨਾ ਚਾਹੀਦਾ? ਐ ਲਓ ਜੀ ਇੰਨਾ ਅਨਾਜ, ਇੰਨੀਆਂ ਦਾਲਾਂ। ਇਹ ਸਾਰੀਆਂ ਚੀਜ਼ਾਂ ਕਿਚਨ ਨੂੰ ਇਸ਼ੂ ਕਰ ਦਿੱਤੀ ਜਾਂਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਇਸ਼ੂਇੰਗ। ਅਤੇ ਫਿਰ ਕਿਚਨ ਡਿਪਾਰਟਮੈਂਟ ਕੀ ਕਰਦਾ? ਪ੍ਰੀਪੇਅਰ ਕਰਦਾ। ਫਿਰ ਕਿਚਨ ਡਿਪਾਰਟਮੈਂਟ ਉਸ ਖਾਣੇ ਨੂੰ ਬਣਾਉਂਦਾ, ਪ੍ਰੀਪੇਅਰਿੰਗ। ਫਿਰ ਖਾਣਾ ਬਣ ਜਾਂਦਾ ਹੈ ਅਤੇ ਬਣਾਉਣ ਤੋਂ ਬਾਅਦ ਉਹਨੂੰ ਪ੍ਰੈਜ਼ੈਂਟ ਕੀਤਾ ਜਾਂਦਾ ਹੈ। ਇਹ ਕੰਮ ਆ ਗਿਆ ਹੁਣ F&B ਡਿਪਾਰਟਮੈਂਟ ਦਾ। F&B ਡਿਪਾਰਟਮੈਂਟ ਉਹਨੂੰ ਕੀ ਕਰਦਾ? ਖਾਣੇ ਨੂੰ ਲੈ ਕੇ ਆਉਂਦਾ ਅਤੇ ਫਿਰ ਕੀ ਕਰਦੇ ਆ?
ਸਰਵਿੰਗ, ਇਹ ਖਾਣਾ ਪਰੋਸਿਆ ਜਾਂਦਾ ਹੈ ਮਹਿਮਾਨਾਂ ਨੂੰ। ਸਰਵ ਹੋਣ ਤੋਂ ਬਾਅਦ ਕੀ ਹੁੰਦਾ? ਕੰਜ਼ਿਊਮ, ਮਤਲਬ ਇਹ ਖਾਣਾ ਖਾ ਲਿਆ ਜਾਂਦਾ ਹੈ। ਕਿਹਦੇ ਦੁਆਰਾ? ਮਹਿਮਾਨਾਂ ਦੇ ਦੁਆਰਾ। ਅਤੇ ਖਾਣ ਤੋਂ ਬਾਅਦ ਕੀ ਆਉਂਦਾ? ਕੈਸ਼ ਮਿਲਦਾ ਹੈ। ਜਦੋਂ ਮਹਿਮਾਨ ਖਾਣਾ ਖਾ ਲੇਗਾ ਰੈਸਟੋਰੈਂਟ ਦੇ ਵਿੱਚ ਤਾਂ ਕੀ ਦੇਵੇਗਾ? ਪੈਸੇ ਦੇਵੇਗਾ। ਅਤੇ ਉਸੇ ਪੈਸੇ ਤੋਂ ਕੀ ਹੋਏਗਾ? ਫਿਰ ਦੁਬਾਰਾ ਦੇਖੋ ਅਸੀਂ ਉੱਥੇ ਆ ਗਏ ਹਾਂ, ਪਰਚੇਜ਼ਿੰਗ 'ਤੇ ਆ ਗਏ ਹਾਂ। ਯਾਨੀ ਕਿ ਇਹ ਜਿਹੜਾ ਪ੍ਰੋਸੈਸ ਹੈ ਪਰਚੇਜ਼ਿੰਗ ਤੋਂ ਸ਼ੁਰੂ ਹੁੰਦਾ ਹੈ, ਖਰੀਦਦੇ ਹੋਏ ਕੰਜ਼ਿਊਮ ਤੱਕ ਇਹ ਪ੍ਰੋਸੈਸ ਚੱਲਦਾ ਹੈ। ਇਹਨੂੰ ਕਹਿੰਦੇ ਆ ਫੂਡ ਐਂਡ ਬੈਵਰੇਜ ਸਰਵਿਸ ਸਾਈਕਲ। ਇੱਕ ਸਾਈਕਲ ਹੈ ਕਿ ਇਹਦੇ ਵਿੱਚ ਸਭ ਤੋਂ ਮੁੱਖ ਚੀਜ਼ ਕੀ ਬੇਟਾ ਜੀ? ਕੈਸ਼। ਸਭ ਤੋਂ ਪਹਿਲਾਂ ਕੈਸ਼ ਆਉਂਦਾ, ਉਹਦੇ ਨਾਲ ਅਸੀਂ ਕੀ ਕਰਦੇ ਹਾਂ? ਖਾਣਾ ਪਰਚੇਸ ਕਰਦੇ ਹਾਂ। ਬੇਟਾ ਜੇ ਇਹਨੂੰ ਤੁਸੀਂ ਤਰੀਕੇ ਨਾਲ ਸਮਝਣਾ ਤਾਂ ਤੁਸੀਂ ਇਹ ਸੋਚ ਲਵੋ ਕਿ ਤੁਹਾਡੇ ਘਰ ਦੇ ਵਿੱਚ 10 ਲੋਕ ਆ ਰਹੇ ਆ ਤਾਂ ਤੁਸੀਂ ਉਹਨਾਂ ਲਈ ਖਾਣਾ ਬਣਾਉਣਾ, ਤਾਂ ਤੁਸੀਂ ਕੀ ਕਰੋਗੇ? ਮੰਮੀ ਤੁਹਾਡੀ ਬਾਜ਼ਾਰ ਭੇਜੇਗੀ, ਤੁਹਾਨੂੰ ਕਹੇਗੀ ਬੇਟਾ ਜੀ ਇਹ ਲਓ ਪੈਸੇ ਅਤੇ ਜਾਓ ਸਮਾਨ ਲੈ ਕੇ ਆਓ। ਤਾਂ ਸਭ ਤੋਂ ਪਹਿਲਾਂ ਸਮਾਨ ਲੈ ਕੇ ਆਓਗੇ। ਸਮਾਨ ਲੈਣ ਤੋਂ ਬਾਅਦ ਤੁਸੀਂ ਕੀ ਕਰੋਗੇ? ਮੰਮੀ ਨੂੰ ਸਮਾਨ ਦੱਸ ਦੋਗੇ। ਤਾਂ ਸਭ ਤੋਂ ਪਹਿਲਾਂ ਪਰਚੇਜ਼ਿੰਗ ਹੋ ਗਈ। ਪਰਚੇਜ਼ਿੰਗ ਤੋਂ ਬਾਅਦ ਤੁਸੀਂ ਮੰਮੀ ਨੂੰ ਸਮਾਨ ਦੱਸ ਦਿੱਤਾ ਕਿ ਮੰਮੀ ਜੀ ਇਹ ਦੇਖੋ ਮੈਂ ਸਾਰਾ ਸਮਾਨ ਲੈ ਆਇਆ। ਤਾਂ ਮੰਮੀ ਨੇ ਸਾਰੀਆਂ ਚੀਜ਼ਾਂ ਆਪਣੀ ਅੱਖਾਂ 'ਚ ਰੱਖ ਲਈਆਂ, ਆਪਣੀ ਅੱਖਾਂ ਦੁਆਰਾ ਦੇਖ ਲਈਆਂ। ਹਾਂ ਠੀਕ ਹੈ, ਟਮਾਟਰ ਠੀਕ ਹੈ, ਇਹ ਦਾਲਾਂ ਠੀਕ ਹੈ, ਅੱਛਾ ਦੁੱਧ ਖਰਾਬ ਲੈਣ ਦਾ ਜਾਂ ਵਾਪਸ ਕਰ ਆ। ਇਹਨੂੰ ਕੀ ਕਵਾਂਗੇ? ਰਿਸੀਵਿੰਗ। ਫਿਰ ਤੁਸੀਂ ਕੀ ਕੀਤਾ? ਮੰਮੀ ਨੇ ਤੁਹਾਨੂੰ ਬੋਲਿਆ ਬੇਟਾ ਇਹ ਸਾਰਾ ਸਮਾਨ ਨਾ ਫਰਿੱਜ 'ਚ ਰੱਖ ਦੇ। ਤੁਸੀਂ ਕੀ ਕੀਤਾ? ਸਟੋਰ ਕਰ ਲਿਆ। ਸਭ ਤੋਂ ਪਹਿਲਾਂ ਕੈਸ਼ ਆਇਆ, ਫਿਰ ਖਾਣਾ, ਫਿਰ ਤੁਸੀਂ ਰॉ ਮਟੀਰੀਅਲ ਪਰਚੇਸ ਕੀਤਾ, ਫਿਰ ਤੁਸੀਂ ਉਹਨੂੰ ਮੰਮੀ ਨੂੰ ਦਿਖਾ ਦਿੱਤਾ, ਰਿਸੀਵ ਕਰਾ ਦਿੱਤਾ, ਫਿਰ ਤੁਸੀਂ ਘਰ ਦੇ ਵਿੱਚ ਉਹਨੂੰ ਫਰਿੱਜ ਦੇ ਵਿੱਚ ਸਟੋਰ ਕਰ ਦਿੱਤਾ। ਉਸ ਤੋਂ ਬਾਅਦ ਫਿਰ ਮੰਮੀ ਤੁਹਾਡੀ ਨੇ ਜਿੰਨਾ ਚਾਹੀਦਾ 10 ਜਣਿਆਂ ਦਾ ਖਾਣਾ ਬਣਾਉਣ ਲਈ ਤੁਹਾਡੀ ਮੰਮੀ ਨੇ ਕੀ ਕੀਤਾ? ਉਹਦੇ ਵਿੱਚੋਂ ਸਮਾਨ ਕੱਢ ਲਿਆ, ਇਸ਼ੂ ਕਰ ਲਿਆ। ਉਸ ਤੋਂ ਬਾਅਦ ਤੁਹਾਡੀ ਮੰਮੀ ਨੇ ਖਾਣਾ ਪ੍ਰੀਪੇਅਰ ਕਰ ਦਿੱਤਾ। ਉਸ ਤੋਂ ਬਾਅਦ ਉਹਨੂੰ ਖਾਣੇ ਨੂੰ ਕਿਚਨ ਤੋਂ ਬਾਹਰ ਡਾਈਨਿੰਗ ਟੇਬਲ 'ਤੇ ਰੱਖ ਦਿੱਤਾ। ਫਿਰ ਤੁਸੀਂ ਸਾਰੇ ਘਰਦਿਆਂ ਨੇ ਮਿਲ ਕੇ ਖਾਣਾ ਖਵਾ ਦਿੱਤਾ, ਸਰਵ ਕਰ ਦਿੱਤਾ। ਅਤੇ ਉਸ ਤੋਂ ਬਾਅਦ ਕੰਜ਼ਿਊਮ, ਖਾਣਾ ਖਾਧਾ ਗਿਆ। ਖਾਣ ਤੋਂ ਬਾਅਦ ਸਿੰਪਲ। ਇਹ ਸਾਰੇ ਪ੍ਰੋਸੈਸ ਨੂੰ ਕਵਾਂਗੇ ਫੂਡ ਐਂਡ ਬੈਵਰੇਜ ਸਰਵਿਸ ਸਾਈਕਲ। ਸੋ ਕੈਸ਼ ਮੁੱਖ ਹੈ, ਕੈਸ਼ ਦੇ ਨਾਲ ਪਰਚੇਜ਼ਿੰਗ ਹੁੰਦੀ ਹੈ, ਫਿਰ ਖਾਣਾ ਰਿਸੀਵ ਕੀਤਾ ਜਾਂਦਾ, ਫਿਰ ਖਾਣੇ ਨੂੰ ਸਟੋਰ ਕੀਤਾ ਜਾਂਦਾ ਰॉ ਮਟੀਰੀਅਲ ਨੂੰ, ਫਿਰ ਰॉ ਮਟੀਰੀਅਲ ਨੂੰ ਇਸ਼ੂ ਕੀਤਾ ਜਾਂਦਾ, ਫਿਰ ਖਾਣਾ ਬਣਦਾ, ਫਿਰ ਉਹਨੂੰ ਸਰਵ ਕੀਤਾ ਜਾਂਦਾ ਅਤੇ ਫਿਰ ਖਾਣੇ ਦੀ ਖਪਤ ਹੁੰਦੀ ਹੈ ਅਤੇ ਕੈਸ਼ ਮਿਲਦਾ। ਇਹਨੂੰ ਕਵਾਂਗੇ ਫੂਡ ਐਂਡ ਬੈਵਰੇਜ ਸਰਵਿਸ ਸਾਈਕਲ। ਮੈਂ ਆਸ਼ਾ ਕਰਦਾ ਸਾਰੇ ਬੱਚਿਆਂ ਨੂੰ ਇਹ ਟੌਪਿਕ ਬਹੁਤ ਹੀ ਵਧੀਆ ਤਰੀਕੇ ਨਾਲ ਸਮਝ ਆਇਆ ਹੋਵੇਗਾ। ਬਹੁਤ ਬਹੁਤ ਸ਼ੁਕਰੀਆ ਦੇਖਣ ਲਈ। ਥੈਂਕਸ ਫॉर ਵਾਚਿੰਗ। ਥੈਂਕ ਯੂ ਵੈਰੀ ਮੱਚ। ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ। ਨਮਸਕਾਰ।